ਵਾਲੀ ਗੱਲ ਇਹ ਹੈ ਕਿ ਪ੍ਰੋਪਰਟੀ ਦੀ ਜਿਹੜੀ ਗਰੋਥ ਹੈ, ਉਹਨੂੰ ਕਈ ਲੋਕ ਕੰਪੇਅਰ ਕਰ ਰਹੇ ਹੈ ਕਿ ਈਵਨ ਦੋ ਜਿਹੜੀ ਰੇਟਸ ਵੱਧ ਰਹੇ ਆ ਉਹਦੇ ਕਰਕੇ ਪ੍ਰੋਪਰਟੀ ਥੱਲੇ ਆਣੀ ਚਾਹੀਦੀ ਹੈ, ਪਰ ਹਾਲੇ ਨਹੀਂ ਥੱਲੇ ਆ ਨਹੀਂ ਰਹੀ। ਮੇਰਾ ਮੰਨਣਾ ਉਹਦੇ 2-3 ਕਾਰਨ ਹੋ ਸਕਦੇ ਹੈ ਨਾ ਮੈਂ ਵਰਡ ਚੇਂਜ ਕਰਕੇ ਹੋ ਸਕਦੇ ਨਹੀਂ, ਡੈਫੀਨਿਟਲੀ ਉਹਦੇ ਕਾਰਨ ਹੈਗੇ ਹੈ ਕਿ ਹਾਲੇ ਵੀ ਲੋਕ ਕੁਝ ਫੈਂਸ ਤੇ ਬੈਠੇ ਆ ਜਿਹੜੇ ਆਪਣੇ ਘਰ ਵੇਚਣ ਨੂੰ ਤਿਆਰ ਨਹੀਂ ਹੈਗੇ। ਪਰ ਮੈਂ ਮੰਨਦਾ ਕਿ ਘਰ ਵੇਚਣ ਦੀ ਲੋੜ ਵੀ ਨਹੀਂ ਹੈਗੀ। ਸੋ ਇਹ ਬਹੁਤ ਜ਼ਰੂਰੀ ਹੈ ਤੁਹਾਡੇ ਲਈ ਕਿ ਤੁਸੀਂ ਆਪਣੇ ਆਪ ਨੂੰ ਰੈਡੀ ਰੱਖੋ। ਪ੍ਰੋਪਰਟੀ ਕਦੀ ਵੀ ਰਸ਼ ਦੇ ਵਿੱਚ ਨਾ ਤਾਂ ਖਰੀਦੀ ਜਾਂਦੀ ਹੈ ਤੇ ਨਾ ਹੀ ਵੇਚੀ ਜਾਂਦੀ ਹੈ। ਤੁਹਾਨੂੰ ਸਾਰਿਆਂ ਨੂੰ ਜਾਣ ਕੇ ਬਹੁਤ ਹੀ ਹੈਰਾਨੀ ਹੋਏਗੀ ਕਿ ਕਈ ਲੋਕ ਈਵਨ ਲੋਸ ਦੇ ਵਿੱਚ ਵੀ ਪ੍ਰੋਪਰਟੀ ਵੇਚਣ ਨੂੰ ਰੈਡੀ ਹੈ। ਜਿਹੜਾ ਤੁਸੀਂ ਕੈਨੇਡਾ 'ਚ ਦੇਖ ਰਹੇ ਹੋ, ਉਹ ਆਸਟ੍ਰੇਲੀਆ 'ਚ ਵੀ ਹੋਣਾ ਸ਼ੁਰੂ ਹੋ ਗਿਆ ਹੈ। ਉਹਦੇ ਵਿੱਚ ਡਿਫਰੈਂਟ ਕਾਰਨ ਹੁੰਦੇ ਆ। ਕਈ ਲੋਕ ਫੈਮਿਲੀ ਦੀ ਜਿਹੜੀ ਪ੍ਰੋਬਲਮਸ ਹੈ ਉਹਦੇ ਕਰਕੇ ਕਰਦੇ ਹੈ। ਕਈ ਲੋਕ ਦੀ ਜੌਬਸ ਚਲੀ ਜਾਂਦੀ ਹੈ ਔਰ ਕਈ ਲੋਕ ਓਬਵੀਅਸਲੀ ਇੰਨਾ ਸਟ੍ਰੈਸ ਨਹੀਂ ਲੈ ਸਕਦੇ। ਸੋ ਤੁਸੀਂ ਫਾਈਨੈਂਸ਼ੀਅਲੀ ਆਪਣੇ ਆਪ ਨੂੰ ਐਜੂਕੇਟ ਕਰੋ, ਉਹਦੇ ਵਿੱਚ ਹੀ ਤੁਹਾਡਾ ਫਾਇਦਾ ਹੈ। ਕਿਉਂਕਿ ਜੇ ਤੁਸੀਂ ਕਿਸੇ ਦੀ ਗੱਲ ਸੁਣ ਕੇ ਜਿਹਨੂੰ ਖੁਦ ਨਹੀਂ ਨੌਲੇਜ ਹੈਗੀ, ਉਹਨੂੰ ਡਿਸੀਜ਼ਨ ਲਓਗੇ ਤੇ ਉਹ ਨੁਕਸਾਨ ਹੈ। ਅਮ, ਮੈਂ ਨਾਲ ਆਪਣੇ ਟਿਕਟੋਕ ਤੇ ਵੀ ਲਾਈਵ ਹੋ ਰਿਹਾ ਤਾਂ ਜੋ ਉੱਥੇ ਵੀ ਕੋਈ ਕਮੈਂਟ ਆਉਣ, ਮੈਂ ਉਹਨਾਂ ਦਾ ਜਵਾਬ ਦੇ ਸਕਾਂ। ਕਿਵੇਂ ਹੋ ਸਾਰੇ? ਉਮੀਦ ਕਰਦਾ ਕਿ ਤੁਸੀਂ ਸਾਰੇ ਸਹੀ ਹੋਵੋਗੇ, ਵੈਲ ਹੋਵੋਗੇ ਔਰ ਆਪਣਾ ਵੀਕਐਂਡ ਇੰਜੋਏ ਕਰ ਰਹੇ ਹੋਵੋਗੇ। ਮੇਰੀ ਕੋਸ਼ਿਸ਼ ਇਹੀ ਰਹੇਗੀ ਕਿ ਹਰ ਹਫਤੇ ਲਾਈਵ ਆ ਕੇ ਤੁਹਾਡੇ ਨਾਲ ਗੱਲਾਂ ਕਰ ਸਕਾਂ, ਤੁਹਾਨੂੰ ਜਿਹੜੀ ਪ੍ਰੋਪਰਟੀ ਦੀ ਮਾਰਕੀਟ ਦੇ ਵਿੱਚ ਜਾਂ ਇਨਵੈਸਟਮੈਂਟ 'ਚ ਜਿਹੜੇ ਚੇਂਜਸ ਆ ਰਹੇ ਹੈ ਉਹਨਾਂ ਦੇ ਰੂਬਰੂ ਕਰ ਸਕਾਂ ਤੇ ਉਹਨਾਂ ਨੂੰ ਉਹਦੇ ਬਾਰੇ ਤੁਹਾਨੂੰ ਅਪਡੇਟ ਦੇ ਸਕਾਂ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਸ ਚੀਜ਼ਾਂ ਨੂੰ ਜਾਣਦੇ ਰਹੋ। ਮੇਰੀ ਕੋਸ਼ਿਸ਼ ਹੈ, ਉਮੀਦ ਕਰਦਾ ਹੈ ਕਿ ਇਹ ਕੋਸ਼ਿਸ਼ ਦੇ ਨਾਲ ਕਿਸੇ ਦਾ ਤਰ੍ਹਾਂ ਕਿਸੇ ਦੀ ਹੈਲਪ ਹੋਏਗੀ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਲਾਈਵ ਸਿਰਫ ਟਿਕਟੋਕ 'ਤੇ ਨਹੀਂ ਹੈ, ਯੂਟਿਊਬ 'ਤੇ ਹੈ ਔਰ ਮੈਂ ਮੋਸਟਲੀ ਜਿਹੜੇ ਕੁਐਸਚਨਸ ਹੋਣਗੇ ਤੁਹਾਡੇ ਉਹ ਯੂਟਿਊਬ ਤੋਂ ਪਿਕ ਕਰਾਂਗਾ। ਸੋ ਜੇ ਤੁਹਾਡਾ ਕੋਈ ਵੀ ਸਵਾਲ ਹੈਗਾ ਤੇ ਤੁਸੀਂ ਮੈਨੂੰ ਪਲੀਜ਼ ਯੂਟਿਊਬ 'ਤੇ ਇਸੇ ਨਾਮ ਦੇ ਨਾਲ ਪਰਮੀਤ ਜੱਸਲ ਦੇ ਨਾਮ ਦੇ ਨਾਲ ਸਰਚ ਮਾਰ ਸਕਦੇ ਹੋ, ਜਾਂ ਮੇਰੇ ਟਿਕਟੋਕ ਦੇ ਲਿੰਕ ਦੇ ਉੱਤੇ ਵੀ ਯੂਟਿਊਬ ਦਾ ਲਿੰਕ ਹੈਗਾ। ਤੁਸੀਂ ਉੱਥੇ ਜਾ ਕੇ ਇਸ ਲਾਈਵ ਦੇ ਵਿੱਚ ਜੇ ਤੁਹਾਡਾ ਕੋਈ ਕਮੈਂਟ ਹੈਗਾ ਉਹਨੂੰ ਤੁਸੀਂ ਪੁੱਛ ਸਕਦੇ ਹੋ। ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਡਾਇਰੈਕਟਲੀ ਚੱਲਦੇ ਹਾਂ ਕਿ ਇਸ ਟਾਈਮ ਦੇ ਵਿੱਚ ਇਨਵੈਸਟਮੈਂਟ ਤੇ ਪ੍ਰੋਪਰਟੀ ਮਾਰਕੀਟ ਦੇ ਵਿੱਚ ਕੀ ਹੋ ਰਿਹਾ। ਸੋ ਸਭ ਤੋਂ ਪਹਿਲਾਂ ਆ ਰਿਹਾ ਗਰੋਥ ਦੇ ਵਿੱਚ ਜਿਹੜੀ ਨਿਊਜ਼ ਸਾਰਿਆਂ ਦੇ ਸਾਹਮਣੇ ਆ ਰਹੀ ਹੈ, ਉਹ ਇਹ ਆ ਰਹੀ ਹੈ ਕਿ ਪ੍ਰੋਪਰਟੀ ਰੇਟਸ ਆਪਣੇ ਵੱਧ ਰਹੇ ਹੈ ਪਰ ਪ੍ਰਾਈਸਿਸ ਘੱਟ ਨਹੀਂ ਰਹੇ। ਇਹ ਜਿਹੜੀ ਇਨਫੋਰਮੇਸ਼ਨ ਹੈ ਇਹ ਸੋਸ਼ਲ ਮੀਡੀਆ ਜਾਂ ਨਿਊਜ਼ ਦੇ ਉੱਤੇ ਡੈਲੀਬਰੇਟਲੀ ਸਪਰੈਡ ਕੀਤੀ ਜਾ ਰਹੀ ਹੈ। ਜੇ ਤੁਸੀਂ ਗ੍ਰੈਨੂਅਲੀ ਦੇਖੋ ਜਾਂ ਕਿਸੇ ਵੀ ਆਪਣੇ ਰੀਅਲ estate ਫਰੈਂਡ ਦੇ ਨਾਲ ਗੱਲ ਕਰੋ, ਸਾਰੀਆਂ ਗੱਲਾਂ ਛੱਡ ਦਿਓ, ਤੁਸੀਂ ਆਪ ਹੀ ਆਪਣੇ ਘਰ ਦੀ ਅਪਰੇਜ਼ਲ ਲੈ ਕੇ ਦੇਖੋ, ਤੁਹਾਨੂੰ ਪਤਾ ਲੱਗ ਜਾਏਗਾ ਕਿ ਉਸ ਪ੍ਰੋਪਰਟੀ ਦਾ ਪ੍ਰਾਈਸ ਇਸ ਸਮੇਂ ਘੱਟ ਚੁੱਕਾ ਹੋਇਆ। ਸੋ ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਸੀਂ ਆਪਣੇ ਜਿਹੜੇ ਫਰਦਰ ਸਟੈਪਸ ਹੈ ਉਹ ਲੈਣੇ ਸ਼ੁਰੂ ਕਰੋ। ਦੂਸਰੀ ਗੱਲ ਮੈਂ ਕਹਾਂਗਾ ਕਿ ਇਹ ਜ਼ਰੂਰ ਆਪਣੇ ਦਿਲ ਦੇ ਦਿਮਾਗ ਦੇ ਵਿੱਚ ਬੰਨ੍ਹ ਲਓ ਕਿ ਪ੍ਰੋਪਰਟੀ ਮਾਰਕੀਟ ਦੇ ਵਿੱਚ ਇਨਵੈਸਟ ਕਰਨਾ ਇਹ ਲੌਂਗ ਟਰਮ ਹੈ। ਜਿਹੜੇ ਸ਼ਾਰਟ ਟਰਮ ਗੇਨ ਹੋਏ ਸੀਗੇ ਪਿਛਲੇ 2-3 ਸਾਲਾਂ ਦੇ ਵਿੱਚ, ਉਹ ਇੱਕ ਬਬਲ ਸੀਗਾ ਔਰ ਅਨਫੋਰਚੂਨੇਟਲੀ ਉਹ ਬਬਲ ਹੁਣ ਬਰਸਟ ਹੋ ਚੁੱਕਾ। ਉਹਦੇ ਵਿੱਚ ਮੈਂ ਡੇਲੀ ਬੇਸਿਸ ਦੇ ਬੜੇ ਲੋਕਾਂ ਦੇ ਨਾਲ ਗੱਲ ਕਰਦਾ ਔਰ ਸਫਰ ਕਰ ਰਿਹਾ, ਕਿਉਂਕਿ ਜਿਹੜੀ ਉਹਨਾਂ ਦੀ ਇਨਵੈਸਟਮੈਂਟ ਸੀਗੀ ਉਹ ਬੇਸਡ ਸੀਗੀ ਇੱਕ ਡਿਨਰ ਟੇਬਲ ਦੇ ਉੱਤੇ ਕਿਸੇ ਨੇ ਕਹਿ ਦਿੱਤਾ ਕਿ ਲੈ ਲਾ, ਉਹਨਾਂ ਨੇ ਲੈ ਲਿਆ। ਸੋ ਕੋਈ ਡਿਊ ਡਿਲੀਜੈਂਸ ਨਹੀਂ ਕੀਤੀ। ਬੜਾ ਦੁੱਖ ਲੱਗਦਾ ਸੁਣ ਕੇ ਉਹਨਾਂ ਦੀਆਂ ਗੱਲਾਂ ਨੂੰ, ਬਟ ਹੁਣ ਉਹ ਸਫਰ ਕਰ ਰਿਹਾ, ਰੀਪੇਮੈਂਟਸ ਨਹੀਂ ਦਿੱਤੀਆਂ ਜਾ ਰਹੀਆਂ। ਸੋ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਉਹਨਾਂ ਲਈ ਬਹੁਤ ਹੀ ਡਿਟਰਮੈਂਟਲ ਹੈ। ਫੈਮਿਲੀ ਸਫਰ ਕਰ ਰਹੀਆਂ, ਘਰਾਂ ਦੇ ਵਿੱਚ ਲੜਾਈਆਂ ਵੱਧ ਰਹੀਆਂ। ਸੋ ਇਸ ਚੀਜ਼ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਜਦੋਂ ਮੈਚ ਤੁਹਾਡੇ ਹੱਥੋਂ ਨਿਕਲਣਾ ਸ਼ੁਰੂ ਹੋ ਜਾਏ ਤਾਂ ਉਦੋਂ ਪਲਾਨ ਹੀ ਕੰਮ ਆਉਂਦਾ। ਤੁਸੀਂ ਪਲਾਨ ਬਣਾਓ। ਮੇਰੀ ਵੈਬਸਾਈਟ ਦੇ ਉੱਤੇ ਇੰਨੇ ਟੂਲਸ ਹੈਗੇ ਆ, ਤੁਸੀਂ ਫ੍ਰੀ ਅਕਾਊਂਟ ਬਣਾ ਕੇ ਉੱਥੇ ਇੱਕ ਸਪੈਸ਼ਲ ਮੈਂ ਟੂਲ ਕ੍ਰੀਏਟ ਕੀਤਾ ਜਿਹੜਾ ਮੈਂ ਖੁਦ ਆਪਣੇ
ਪਰਸਨਲ ਯੂਜ਼ ਲਈ ਕਰਦਾ, ਜਿਹਦੇ ਵਿੱਚ ਤੁਸੀਂ ਐਸਟੀਮੇਟ ਲਾ ਸਕਦੇ ਹੋ ਕਿ ਤੁਹਾਡਾ ਖਰਚਾ ਕਿੰਨਾ ਹੋਣਾ ਪ੍ਰੋਪਰਟੀ ਰੱਖਣ ਦੇ ਵਿੱਚ, ਤੇ ਤੁਹਾਨੂੰ ਇਨਕਮ ਕਿੰਨੀ ਹੋ ਰਹੀ ਆ। ਉਹ ਤੁਹਾਨੂੰ ਆਈਡੀਆ ਦੇਗਾ ਕਿ ਤੁਸੀਂ ਕਿੰਨੇ ਤੁਹਾਨੂੰ ਡਾਲਰ ਹਰ ਮਹੀਨੇ ਜਾਂ ਹਰ ਸਾਲ ਚਾਹੀਦੇ ਆ ਇਸ ਪ੍ਰੋਪਰਟੀ ਨੂੰ ਮੇਨਟੇਨ ਕਰਨ ਲਈ। ਉਸ ਚੀਜ਼ ਦੇ ਵਿੱਚ ਕਈ ਵਾਰੀ ਅਸੀਂ ਇੱਦਾਂ ਹੁੰਦਾ, ਜਿਵੇਂ ਇਨਵੈਸਟਮੈਂਟ ਪ੍ਰੋਪਰਟੀ ਹੈ, ਹੁਣ ਲੋਕਾਂ ਦੇ ਮਨ ਦੇ ਵਿੱਚ ਬਹੁਤ ਫੀਅਰ ਹੈ ਕਿ ਸਾਡੇ ਜਿਹੜੇ ਗੇਨ ਹੈ ਉਹ ਖਤਮ ਹੋ ਜਾਣਗੇ, ਅਸੀਂ ਫਟਾਫਟ ਵੇਚ ਦਈਏ। ਮੇਰੀ ਪਰਸਨਲ ਓਪੀਨੀਅਨ ਹੈ ਕਿ ਪ੍ਰੋਪਰਟੀ ਨੂੰ, ਜੇ ਤੁਹਾਡੇ ਕੋਲ ਕੋਈ ਵੀ ਪ੍ਰੋਪਰਟੀ 10 ਸਾਲ ਤੋਂ ਘੱਟ ਤੁਸੀਂ ਵੇਚ ਦਿਓ, ਇਨ ਰੈਗੂਲਰ ਜਿਹੜੇ ਸਿਨਾਰੀਓਜ਼ ਹੈ, ਇਨ ਰੈਗੂਲਰ ਜਿਹੜੀ ਇਨਵੈਸਟਮੈਂਟ ਜਿਹੜੇ ਐਟਮੋਸਫੀਅਰ ਹੈ, ਜਾਂ ਤੁਸੀਂ ਲਾ ਲਓ ਕਿ ਸਿਨਾਰੀਓਜ਼ ਹੁੰਦੇ ਆ, ਹੁਣ ਜੋ ਪਿਛਲੇ 2-3 ਸਾਲਾਂ 'ਚ ਹੋ ਗਿਆ ਉਹ ਫਿਰ ਮੁਸ਼ਕਿਲ ਆ ਹੋਣਾ। ਸੋ ਰੈਗੂਲਰ ਸਿਨਾਰੀਓਜ਼, ਜੇ ਤੁਹਾਡੇ ਕੋਲ ਕੋਈ ਵੀ ਪ੍ਰੋਪਰਟੀ 10 ਸਾਲ ਤੋਂ ਘੱਟ ਤੁਸੀਂ ਉਹਨੂੰ ਹੋਲਡ ਕਰਦੇ ਹੋ, ਉਹ ਚੀਜ਼ ਹਮੇਸ਼ਾ ਹੀ ਤੁਹਾਨੂੰ ਨੁਕਸਾਨ ਦੇਗੀ। ਸੋ 10 ਸਾਲ ਦਾ ਆਪਣਾ ਏਮ ਕਰਕੇ ਰੱਖੋ, ਉਹਦੇ ਵਿੱਚ ਅਪਸ ਐਂਡ ਡਾਊਨਸ ਔਰ ਆਉਂਦੇ ਰਹਿਣਗੇ। ਔਰ ਦੂਸਰੀ ਗੱਲ ਹੈ, ਤੁਸੀਂ ਹਮੇਸ਼ਾ ਯਾਦ ਰੱਖੋ ਕਿ ਇਹ ਬਿਜ਼ਨਸ ਹੈ ਤੁਹਾਡਾ। ਇਨਵੈਸਟਮੈਂਟ ਜਦੋਂ ਨਾਮ ਲੈਂਦੇ ਹੋ, ਇਹ ਬਿਜ਼ਨਸ ਹੈ। ਤੁਸੀਂ ਇਹਨੂੰ ਬਿਜ਼ਨਸ ਵਾਂਗੂ ਟਰੀਟ ਕਰੋ, ਨਾ ਕਿ ਕਿਸੇ ਨੋਰਮਲ ਅਦਰ ਚੀਜ਼ ਵਾਂਗੂ। ਸੋ ਬਿਜ਼ਨਸ 'ਚ ਸਟ੍ਰੈਸ ਵੀ ਹੁੰਦਾ ਹੈ, ਬਿਜ਼ਨਸ 'ਚ ਕੈਸ਼ ਫਲੋ ਵੀ ਦੇਖਣਾ ਪੈਂਦਾ ਹੈ, ਬਿਜ਼ਨਸ 'ਚ ਰਿਪੇਅਰ ਵੀ ਹੁੰਦੀ ਹੈ, ਬਿਜ਼ਨਸ 'ਚ ਐਕਸਪੈਂਸਿਸ ਵੀ ਹੁੰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਮੈਂ ਮੈਂ ਰਿਕੁਐਸਟ ਕਰਦਾ ਕਿ ਇਹ ਤੁਹਾਨੂੰ ਫ੍ਰੀ ਆਫ ਕਾਸਟ ਉਹ ਟੂਲਸ ਅਵੇਲੇਬਲ ਹੈ ਮੇਰੀ ਵੈਬਸਾਈਟ 'ਤੇ ਜਾ ਕੇ ਦੇਖੋ। ਉਹਨੂੰ ਤੁਸੀਂ ਆਪਣੀ ਜੋ ਜੋ ਇਨਕਮ ਹੈਗੀ ਹੈ ਜਾਂ ਰੈਂਟ ਆਉਂਦਾ ਹੈ, ਉਹਨੂੰ ਭਰ ਕੇ ਤੁਸੀਂ ਦੇਖੋ, ਫਿਰ ਦੇਖੋ ਤੁਸੀਂ ਅਫੋਰਡ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਹੋ। ਔਰ ਜੇ ਤੁਸੀਂ 5 ਸਾਲ ਉਸ ਪ੍ਰੋਪਰਟੀ ਨੂੰ ਅਫੋਰਡ ਕਰ ਸਕਦੇ ਹੋ, ਮੈਂ ਇੱਥੇ ਲਿਖ ਕੇ ਦਿੰਦਾ ਕਿ ਤੁਸੀਂ ਹਮੇਸ਼ਾ ਬੈਨੀਫਿਟ 'ਚ ਰਹੋਗੇ। ਸੋ ਪੈਨਿਕ ਨਾ ਹੋਵੋ। ਬਹੁਤ ਲੋਕ ਇਸ ਸਮੇਂ ਮਾਰਕੀਟ ਦੇ ਵਿੱਚ ਪੈਨਿਕ ਕ੍ਰੀਏਟ ਕਰ ਰਹੇ ਹੈ ਕਿ ਤੁਹਾਡਾ ਦੇਖੋ, ਲਾਸ ਤੇ ਹਰ ਇੱਕ ਦਾ ਹੋ ਰਿਹਾ, ਬਟ ਤੁਸੀਂ ਇਸ ਲਾਸ ਨੂੰ ਮਿਟੀਗੇਟ ਕਿੱਦਾਂ ਕਰਨਾ, ਮੇਨ ਚੀਜ਼ ਤੁਹਾਡੀ ਇਹ ਹੋਣੀ ਚਾਹੀਦੀ ਹੈ। ਸੋ ਪਲੀਜ਼ ਕੋਸ਼ਿਸ਼ ਕਰੋ ਕਿ ਤੁਹਾਡਾ ਫੋਕਸ ਇਹ ਹੋਵੇ ਕਿ ਤੁਸੀਂ ਆਪਣੇ ਐਸਟ ਨੂੰ ਪ੍ਰੋਟੈਕਟ ਕਿੱਦਾਂ ਕਰਨਾ ਹੈ। ਜੇ ਤੁਹਾਨੂੰ ਨਹੀਂ ਸਮਝ ਆ ਰਹੀ ਕਿੱਦਾਂ ਪ੍ਰੋਟੈਕਟ ਕਰਨਾ, ਤੁਸੀਂ ਆਪਣੇ ਫਾਈਨੈਂਸਿਸ ਦੇ ਵਿੱਚ ਟਰਬਲ ਦੇ ਵਿੱਚ ਹੋ, ਮੋਰ ਦੈਨ ਹੈਪੀ ਕਿ ਤੁਸੀਂ ਮੈਨੂੰ ਕੰਟੈਕਟ ਕਰੋ, ਮੈਂ ਤੁਹਾਡੇ ਨਾਲ ਉਸ ਚੀਜ਼ ਤੇ ਬੈਠਾ। ਬਟ ਸਭ ਤੋਂ ਪਹਿਲਾਂ ਇਹ ਗੱਲ ਯਾਦ ਰੱਖਿਓ, ਇਟਸ ਅ ਲੌਂਗ ਟਰਮ ਗੇਮ, ਪ੍ਰੋਪਰਟੀ ਇਜ਼ ਨੈਵਰ ਅ ਸ਼ਾਰਟ ਟਰਮ ਗੇਮ। ਇਹ ਸ਼ੇਅਰ ਮਾਰਕੀਟ ਨਹੀਂ ਹੈ। ਪ੍ਰੋਪਰਟੀ ਦਾ ਜਦੋਂ ਪ੍ਰਾਈਸ ਡਿੱਗਦਾ, ਤੁਸੀਂ ਦੇਖੋ ਇੱਕ ਪ੍ਰੋਪਰਟੀ ਉਹ ਸੈੱਲ ਹੁੰਦੀ ਹੈ, ਨੋਰਮਲੀ 3 ਮਹੀਨੇ ਉਹਨੂੰ ਸੈਟਲ ਹੋਣ ਲੱਗਿਆ ਲੱਗ ਜਾਂਦੇ ਆ। ਸੋ ਨਾ ਤੇ ਉਹਦਾ ਪ੍ਰਾਈਸ ਤੁਹਾਨੂੰ 3 ਮਹੀਨੇ ਤੱਕ ਪਤਾ ਲੱਗਦਾ ਹੈ। ਸ਼ੇਅਰ ਮਾਰਕੀਟ ਦਾ ਹੁੰਦਾ ਹੈ, ਅੱਜ ਵਿਕਿਆ ਕੱਲ ਪ੍ਰਾਈਸ ਉਸੇ ਟਾਈਮ ਪ੍ਰਾਈਸ ਆ ਤੁਹਾਡਾ ਅਪਡੇਟ ਹੋ ਜਾਂਦਾ। ਸੋ ਇਟਸ ਅ ਵੈਰੀ ਸਲੋ ਮਾਰਕੀਟ, ਬਟ ਇਟਸ ਅ ਵੈਰੀ ਗੁੱਡ ਗੇਨਸ। ਮੈਂ ਨਹੀਂ ਚਾਹੁੰਦਾ ਕਿ ਕਿਸੇ ਦੇ ਦਿਮਾਗ ਦੇ ਵਿੱਚ ਇਹ ਵਹਿਮ ਹੋਵੇ ਕਿ ਪ੍ਰੋਪਰਟੀ ਮਾਰਕੀਟ 'ਚ ਪੈਸਾ ਨਹੀਂ ਬਣਦਾ। Trust me, it has made my life, it has made a lot of other people life. It's, you have to work smartly. ਤੁਸੀਂ ਕਿਸੇ ਵੀ ਇਨਸਾਨ ਦੀਆਂ ਗੱਲਾਂ ਦੇ ਵਿੱਚ ਆ ਕੇ ਨਾ ਤਾਂ ਖਰੀਦੋ ਤੇ ਨਾ ਵੇਚੋ। ਮੇਰੀ ਯੂਨੀਵਰਸਲ ਰਿਕੁਐਸਟ ਇਸ ਸਮੇਂ ਇਹੀ ਹੈ ਪ੍ਰੋਪਰਟੀ ਮਾਰਕੀਟ ਦੇ ਵਿੱਚ ਕਿ ਤੁਸੀਂ ਵੇਚਣ ਬਾਰੇ ਬਿਲਕੁਲ ਨਾ ਸੋਚੋ। ਜੇ ਤੁਸੀਂ ਖਰੀਦ ਰਹੇ ਹੋ, obviously scenarios are different. ਤੁਸੀਂ ਕਿੱਥੇ ਖਰੀਦਣਾ, ਕਿਵੇਂ ਖਰੀਦਣਾ, ਐਂਡ ਲੋਕੇਸ਼ਨ ਇਜ਼ always the king. ਸੋ ਜੇ ਤੁਸੀਂ ਟਰਬਲ ਦੇ ਵਿੱਚ ਹੋ, ਪਲੀਜ਼ ਕਾਪੀ ਪੈਨ ਲੈ ਕੇ, ਕਈ ਵਾਰੀ ਸਾਨੂੰ ਲੱਗਦਾ ਹੈ ਕਿ ਅਸੀਂ ਚੀਜ਼ ਨੂੰ ਅਫੋਰਡ ਨਹੀਂ ਕਰ ਸਕਦੇ, ਬਟ ਜੇ ਤੁਸੀਂ ਆਪਣੇ ਫਾਈਨੈਂਸਿਸ ਨੂੰ ਜਾ ਕੇ ਦੇਖੋ ਤਾਂ ਡੈਫੀਨੇਟਲੀ ਤੁਸੀਂ ਉਸ ਚੀਜ਼ ਨੂੰ ਅਫੋਰਡ ਕਰ ਸਕਦੇ ਹੋ। ਮੈਂ ਇੱਕ ਵਾਰੀ ਫਿਰ ਕਹਿ ਦੇਣਾ ਚਾਹੁੰਦਾ, ਜਿਹੜੇ ਲਾਈਵ ਆਏ ਹੋਏ ਆ, ਕਿ ਮੈਂ ਜਿਹੜੇ ਕਮੈਂਟਸ ਹੈ ਉਹ ਸਾਰੇ YouTube ਤੇ ਲੈ ਰਿਹਾ, ਕਿਉਂਕਿ ਮੈਂ ਇੱਕ ਹੀ ਸਕਰੀਨ ਤੇ ਇੱਕ ਟਾਈਮ ਤੇ ਦੇਖ ਸਕਦਾ। ਆਮ ਲਾਈਵ ਔਨ YouTube ਐਜ਼ ਵੈਲ। ਮੇਰੇ ਪ੍ਰੋਫਾਈਲ ਦੇ ਉੱਤੇ ਲਿੰਕ ਦੇ ਵਿੱਚ ਤੁਸੀਂ ਜਾ ਕੇ ਕੋਈ ਵੀ ਤੁਹਾਡਾ ਸਵਾਲ ਹੈ ਮੈਨੂੰ ਪੁੱਛ ਸਕਦੇ ਹੋ। ਦੂਸਰੀ ਗੱਲ ਆਪਾਂ ਕਰਦੇ ਹਾਂ ਕਿ ਕੈਸ਼ ਫਲੋ। ਇਟ ਇਜ਼ ਵੈਰੀ ਇੰਪੋਰਟੈਂਟ ਕਿ ਤੁਹਾਡਾ ਜਿਹੜਾ ਕੈਸ਼ ਫਲੋ ਹੈ ਉਹ ਹਮੇਸ਼ਾ ਰਵੇ। ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ, ਕੋਈ ਵੀ ਤੁਸੀਂ ਪ੍ਰੋਪਰਟੀ ਖਰੀਦਦੇ ਹੋ, ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਪ੍ਰੋਪਰਟੀ ਦੇ ਵਿੱਚ ਸੋ ਮੈਨੀ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਸੀਂ ਫਿਕਸ ਕਰਨੀਆਂ ਹੁੰਦੀਆਂ। ਜੇ ਤੁਹਾਡੇ ਕੋਲ ਕੈਸ਼ ਫਲੋ ਨਹੀਂ ਹੈਗਾ, ਉਹ ਤੁਹਾਨੂੰ ਸਟ੍ਰੈਸ ਦਿੰਦਾ। ਕੋਈ ਵੀ ਬਿਜ਼ਨਸ ਸਟ੍ਰੈਸ ਦੇ ਨਾਲ ਤੁਸੀਂ ਰਨ ਨਹੀਂ ਕਰ ਸਕਦੇ। ਸੋ ਮੇਕ ਸ਼ੋਰ ਤੁਹਾਡੇ ਐਕਸਪੈਂਸਿਸ ਕੈਸ਼ ਫਲੋ ਦੇ ਨਾਲ ਹੀ ਡੀਲ ਹੋਣ। ਫॉर ਐਗਜ਼ਾਮਪਲ ਤੁਹਾਡੀ ਪ੍ਰੋਪਰਟੀ ਦੇ ਵਿੱਚ ਜੇ ਹੀਟਿੰਗ ਸਿਸਟਮ ਖਰਾਬ ਹੋ ਗਿਆ, ਤੁਸੀਂ ਆਪਦੇ ਘਰ ਤੇ ਹੀਟਿੰਗ ਸਿਸਟਮ ਨਾ ਵੀ ਠੀਕ ਕਰਵਾਓ, ਦੈਟਸ ਓਕੇ, ਬਟ ਬਾਏ ਲਾਅ ਜੇ ਟੈਨੈਂਟ ਹੈ ਉਹਨਾਂ ਨੇ ਡਿਮਾਂਡ ਕਰਨਾ ਹੈ। ਸੋ ਉਹ ਚੀਜ਼ਾਂ ਤੁਹਾਨੂੰ ਸਟ੍ਰੈਸ ਦਿੰਦੀਆਂ। ਸੋ ਤੁਹਾਡੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਤੁਸੀਂ ਆਪਣੇ ਹਮੇਸ਼ਾ ਕੈਸ਼ ਫਲੋ ਤੇ ਧਿਆਨ ਦਿਓ। ਇੱਕ ਪ੍ਰੋਪਰਟੀ ਪਿੱਛੇ ਸਰਟਨ ਅਮਾਊਂਟ, ਆਈ ਆਲਵੇਜ਼ ਰਿਕਮੈਂਡ ਐਟਲੀਸਟ 10 to 15,000 ਡਾਲਰ ਇੱਕ ਪ੍ਰੋਪਰਟੀ ਪਿੱਛੇ ਤੁਸੀਂ ਕੈਸ਼ ਆਪਣੇ ਬੈਂਕ ਦੇ ਵਿੱਚ ਰੱਖੋ। ਕਾਰਨ ਇਹ ਹੁੰਦਾ, ਜੇ ਤੁਹਾਡਾ ਟੈਨੈਂਟ
3-4 ਮਹੀਨੇ ਲਈ ਪ੍ਰੋਪਰਟੀ ਨਹੀਂ ਆਕੂਪਾਈ ਕਰਦਾ ਤੁਹਾਡੇ ਕੋਲ, ਉਹ ਬੈਲੈਂਸ ਪਿਆ ਹੈ। ਬਟ ਹੁਣ ਜਿਵੇਂ ਤੁਹਾਡਾ ਐਵਰੀ ਪ੍ਰੋਪਰਟੀ ਨੈਗੇਟਿਵ ਕੈਸ਼ ਫਲੋ ਦੇ ਵਿੱਚ ਜਾ ਰਹੀ ਹੈ, ਉਹਦੇ ਵਿੱਚ ਈਵਨ $25,000 ਪਰ ਪ੍ਰੋਪਰਟੀ ਇਜ਼ ਰਿਕਮੈਂਡਡ ਐਜ਼ ਵੈਲ, ਕਿਉਂਕਿ ਉਸ ਚੀਜ਼ ਦੇ ਨਾਲ ਕੋਈ ਵੀ ਨੈਗੇਟਿਵ ਇਵੈਂਟ ਹੁੰਦੀ ਹੈ, ਤੁਸੀਂ ਆਪਣੇ ਆਪ ਉਹਦੇ ਨਾਲ ਰੈਡੀ ਹੋ ਜਾਂਦੇ ਹੋ। ਦੂਸਰੀ ਗੱਲ ਇਹ ਹੈ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਕੀ ਹੋਏਗਾ। ਕਾਫੀ ਲੋਕਾਂ ਨੂੰ ਇਸ ਸਮੇਂ ਸਟ੍ਰੈਸ ਹੈ ਆਪਣੀ ਪ੍ਰੋਪਰਟੀ ਬਾਰੇ ਵੀ, ਕਿਉਂਕਿ ਮੈਂ ਜਿੰਨਿਆਂ ਨਾਲ ਗੱਲਾਂ ਕਰਦਾ, ਜਿੰਨਿਆਂ ਨੇ 2 ਸਾਲ ਪਹਿਲਾਂ ਆਪਣੀ ਪ੍ਰੋਪਰਟੀ ਲਈ ਸੀਗੀ, ਮੋਸਟ ਲਾਈਕਲੀ ਉਹਨਾਂ ਦੇ ਜਿਹੜੇ ਗੇਨਸ ਹੈ ਉਹ ਵੈਨਿਸ਼ ਹੋ ਚੁੱਕੇ ਹੈ। ਫॉर एग्जांपल ਜਿਨ੍ਹਾਂ ਨੇ 2 ਸਾਲ ਪਹਿਲਾਂ 7 ਲੱਖ ਦੀ ਪ੍ਰੋਪਰਟੀ ਲਈ ਸੀਗੀ, ਅੱਜ ਉਹਨਾਂ ਦੀ ਉਹੀ ਪ੍ਰੋਪਰਟੀ 7 ਲੱਖ ਦੀ ਹੋ ਗਈ ਹੈ। ਸੋ ਦੈਟ ਟਾਈਮ ਹੈਜ਼ ਪੀਰੀਅਡ ਆਫ ਗੇਨ ਹੈਜ਼ ਗੋਨ। ਉਹਨਾਂ ਨੂੰ ਉਹੀ ਚੀਜ਼ ਸਟ੍ਰੈਸ ਦੇ ਰਹੀ ਹੈ ਕਿ ਇਹ ਅਸੀਂ ਨੈਗੇਟਿਵ ਇਕੁਇਟੀ ਦੇ ਵਿੱਚ ਹੈ। ਬਟ ਪਲੀਜ਼ ਰਿਮੈਂਬਰ, ਸਟ੍ਰੈਸ ਲੈਣ ਦੀ ਲੋੜ ਨਹੀਂ ਹੈ। ਇਟਸ ਅ ਟਾਈਮ, ਆਉਣ ਵਾਲੇ ਟਾਈਮ ਦੇ ਵਿੱਚ ਗਰੋਥ ਹੋਏਗੀ, ਬਟ ਇਟਸ ਅ ਸਾਈਕਲ। ਯੂ ਨੀਡ ਟੂ ਹੋਲਡ ਦ ਥਿੰਗਸ। ਦਿਸ ਇਜ਼ ਜਿਹੜੇ ਤੁਹਾਡੇ ਪੁਰਾਣੇ ਤੁਹਾਨੂੰ ਐਜੂਕੇਟ ਕੀਤਾ ਗਿਆ, ਜਿਨ੍ਹਾਂ ਨੇ ਉਹਨਾਂ ਨੇ ਗਲਤ ਕੀਤਾ ਸੀਗਾ ਕਿ 2 ਤੋਂ 3 ਸਾਲ ਦੇ ਵਿੱਚ ਤੁਸੀਂ ਪ੍ਰੋਪਰਟੀ ਮਾਰਕੀਟ ਦੇ ਵਿੱਚ ਪੈਸਾ ਬਣਾ ਲਓਗੇ। ਇਟਸ ਅ ਵੈਰੀ ਲੌਂਗ ਲਾਈਫ ਸਾਈਕਲ, ਬਟ ਇਟ ਇਜ਼ ਵਰਥ ਸਾਈਕਲ ਟੂ ਵੇਟ। ਹੁਣ ਤੁਹਾਨੂੰ ਫਿਊਚਰ ਆਪਣਾ ਕਿੱਦਾਂ ਡਿਸਾਈਡ ਕਰਨਾ ਚਾਹੀਦਾ ਹੈ। ਮੇਨ ਚੀਜ਼ ਤੁਸੀਂ ਆਪਣੇ ਹਮੇਸ਼ਾ ਦਿਮਾਗ ਦੇ ਵਿੱਚ ਰੱਖੋ ਕਿ ਜਿਹੜੀਆਂ ਚੀਜ਼ਾਂ ਤੁਸੀਂ ਅਫੋਰਡ ਕਰ ਸਕਦੇ ਹੋ, ਤੁਸੀਂ ਉਸੇ ਚੀਜ਼ ਵੱਲ ਜਾਓ। ਆਪਣੀ ਖਾਸ ਕਰਕੇ ਕਮਿਊਨਿਟੀ ਦੇ ਵਿੱਚ ਮੈਂ ਅਨਫੋਰਚੂਨੇਟਲੀ ਕਹਿਣਾ ਚਾਹਾਂਗਾ, ਦਿਖਾਵਾ ਬਹੁਤ ਹੈ। ਅਸੀਂ ਕਿਸੇ ਦੀ ਚੀਜ਼ ਦੇਖ ਕੇ ਇੱਕ ਜਲਸ ਵੀ ਕਰਦੇ ਹਾਂ, ਦੂਸਰਾ ਦਿਖਾਵਾ ਵੀ ਕਰਦੇ ਹਾਂ। ਅਸੀਂ ਇਹ ਨਹੀਂ ਸੋਚਦੇ ਕੈਨ ਵੀ ਅਫੋਰਡ ਇਟ। ਉਸ ਤੋਂ ਬਾਅਦ ਅਸੀਂ ਉਹ ਚੀਜ਼ 'ਤੇ ਰਿਗਰੈਟ ਕਰਦੇ ਹਾਂ, ਸਟ੍ਰੈਸ ਕਰਦੇ ਹਾਂ, ਘਰ ਦੇ ਵਿੱਚ ਲੜਾਈ ਹੁੰਦੀ ਹੈ। ਸੋ ਸਾਡੀ ਗੁਰਬਾਣੀ ਦੇ ਵਿੱਚ ਸਾਰਾ ਕੁਝ ਲਿਖਿਆ, ਕਹਿੰਦੇ ਮਨ ਨੀਵਾਂ ਮੱਤ ਉੱਚੀ। ਸੋ ਆਪਣਾ ਮਨ ਹਮੇਸ਼ਾ ਨੀਵਾਂ ਰੱਖੋ ਔਰ ਆਪਣੇ ਆਪ ਨੂੰ ਐਜੂਕੇਟ ਕਰਨ ਦੀ ਕੋਸ਼ਿਸ਼ ਰੱਖੋ। ਜੇ ਤੁਸੀਂ ਆਪਣਾ ਮਨ ਨੀਵਾਂ ਰੱਖੋਗੇ, ਤਦ ਹੀ ਤੁਸੀਂ ਆਪਣੇ ਆਪ ਨੂੰ ਐਜੂਕੇਟ ਕਰ ਸਕੋਗੇ। ਸੋ ਦੂਸਰੀ ਗੱਲ ਇਹ ਹੈ ਕਿ ਓਨਰਸ਼ਿਪ ਘਟੇਗੀ। ਅਨਫੋਰਚੂਨੇਟਲੀ ਜੇ ਤੁਸੀਂ ਹੁਣ ਵੀ ਗੱਲ ਕਰੋ, ਕਿਸੇ ਵੀ ਯੰਗਸਟਰ ਦੇ ਨਾਲ ਗੱਲ ਕਰੋ, they are not really into buying the properties. The reason is it's getting so unaffordable. ਔਰ ਇੱਕ ਨਵੀਂ ਐਰਾ ਦੇ ਵਿੱਚ ਚਲਾਇਆ ਜਾ ਰਿਹਾ ਕਿ ਤੁਸੀਂ ਆਪਣੀ ਲਾਈਫ ਜੀਣ ਆਏ ਹੋ। ਸੋ ਇਹ ਵੀ ਇੱਕ ਮੀਡੀਆ ਵੱਲੋਂ ਚਲਾਇਆ ਜਾ ਰਿਹਾ ਤਾਂ ਜੋ ਆਪਣੀ ਜਿਹੜੇ ਰਿਚ ਪੀਪਲ ਹੈ, ਇਨਵੈਸਟਮੈਂਟਸ ਬਣਾਈ ਚੱਲਣ, ਸਾਰੇ ਲੋਕ ਕਿਰਾਏ 'ਤੇ ਰਹੀ ਚੱਲਣ। ਸੋ ਇੱਕ ਬਬਲ ਕ੍ਰੀਏਟ ਕੀਤਾ ਜਾ ਰਿਹਾ, ਜਿਹਦੇ ਵਿੱਚ ਉਹ ਤੁਹਾਨੂੰ ਖੁਸ਼ ਰੱਖਣਾ ਚਾਹੁੰਦੇ ਆ, ਬਟ ਇਹ ਨਹੀਂ ਚਾਹੁੰਦੇ ਕਿ ਤੁਸੀਂ ਕੁਛ ਓਨ ਕਰੋ। ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗਾ ਕਿ ਜਿਹੜੇ ਮੀਡੀਆ ਆਊਟਲੈਟਸ ਹੈ, ਉਹਨਾਂ ਨੂੰ ਦੇਖਣਾ ਬੰਦ ਕਰੋ। ਜੋ ਕਹਿ ਰਹੇ ਹੈ, ਇਟਸ ਆਲ ਸੋਰਟ ਆਫ ਦੇ ਫॉर देयर ओन गुड। they are not telling you the truth, what exactly it is. They don't want you to own something, they are scaring you। ਤੁਹਾਨੂੰ ਡਰਾ ਰਹੇ ਹੈ। ਹੁਣ ਮੈਨੂੰ ਕਈ ਲੋਕ ਕਹਿੰਦੇ ਹੈ ਕਿ ਇਨਵੈਸਟਮੈਂਟ ਪਹਿਲਾਂ ਕਰਨੀ ਚਾਹੀਦੀ ਸੀ। ਦੇयर इज नो ਰਾਈਟ ਐਂਡ ਰੋਂਗ ਟਾਈਮ। ਤੁਸੀਂ ਹੁਣ ਅਸੀਂ ਸੋਚੀਏ ਕਿ ਅਸੀਂ 1980 ਦੇ ਵਿੱਚ ਇਨਵੈਸਟਮੈਂਟ ਕੀਤੇ ਹੋਏ, ਉਹ ਪੈਦਾ ਵੀ ਨਹੀਂ ਹੋਏ ਸੀਗੇ। ਸੋ ਯੂ ਕਾਂਟ ਚੇਂਜ the what is with you, but you can change the current scenario. So work on the current scenario, educate yourself। ਕਿਹੜੀ ਕਿਹੜੀ ਚੀਜ਼ ਤੁਹਾਡੇ ਲਈ ਚੰਗੀ ਹੈ, ਕਿਹੜੀ ਕਿਹੜੀ ਚੀਜ਼ ਮਾੜੀ ਹੈ, ਉਸ ਹਿਸਾਬ ਦੇ ਨਾਲ ਤੁਸੀਂ ਚਲੋ। ਹੁਣ ਦੂਸਰੀ ਗੱਲ ਹੈ, ਮੈਂ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਸ਼ਾਰਟ ਵੀਡੀਓ ਵੀ ਬਣਾਵਾਂਗਾ ਆਪਣੇ ਲੋਕਾਂ ਦੇ ਵਿੱਚ ਗੋਲਡ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਗਲਤ ਫਹਿਮੀਆਂ ਕਿ ਇਹਨੂੰ ਕਿੱਦਾਂ ਇਨਵੈਸਟ ਕਰ ਸਕਦੇ ਹਾਂ। ਸੋ ਉਹ ਮੈਂ ਸ਼ਾਰਟ ਵੀਡੀਓ 'ਚ ਦੱਸਾਂਗਾ ਤਾਂ ਜੋ ਸਾਰੇ ਲੋਕ ਕਲੀਅਰ ਹੋ ਜਾਣ। ਔਰ ਦੂਸਰੀ ਗੱਲ ਇਹ ਹੈ ਕਿ ਬਾਏ, ਮੈਂ ਬਾਰ-ਬਾਰ ਆਪਣੀ ਵੀਡੀਓਜ਼ 'ਚ ਕਹਿ ਰਹੀ ਹਾਂ, ਬਾਏ ਦ ਲੈਂਡ, ਅਪਾਰਟਮੈਂਟਸ, ਯੂਨਿਟਸ, they are not the lands, they're not। ਟਾਊਨ ਹਾਊਸਿਸ ਸਟਿਲ ਓਕੇ, ਤੁਸੀਂ ਅਫੋਰਡ ਕਰ ਸਕਦੇ ਹੋ, ਬਟ ਯੂ ਨੀਡ ਟੂ ਅੰਡਰਸਟੈਂਡ ਕਿ ਜਦੋਂ ਤੁਸੀਂ ਘਰ ਖਰੀਦਦੇ ਹੋ ਇਨਵੈਸਟਮੈਂਟ ਪਰਪਸਿਸ ਲਈ, ਕਈ ਵਾਰੀ ਅਸੀਂ ਸੋਚਦੇ ਹਾਂ ਕਿ ਅਸੀਂ ਘਰ ਲੈ ਲਿਆ, ਕੋਈ ਵੀ ਰਹਿ ਲਏਗਾ। ਨੋ, ਈਵਨ ਇਨਵੈਸਟਮੈਂਟ ਪਰਪਸ ਲਈ ਵੀ ਜੇ ਤੁਸੀਂ ਕੋਈ ਘਰ ਲੈ ਰਹੇ ਹੋ, ਤੁਸੀਂ ਇਹ ਸੋਚ ਕੇ ਲਓ ਕਿ ਤੁਸੀਂ ਰਹਿਣਾ। ਕਿਉਂਕਿ ਜਦੋਂ ਤੁਹਾਡੀ ਵੇਚਣ ਦੀ ਵਾਰੀ ਆਏਗੀ, ਯੂ ਵਾਂਟਡ ਟੂ ਮੇਕ ਸ਼ੋਰ ਕਿ ਤੁਹਾਡਾ ਜਿਹੜਾ ਬਾਇਰ ਹੈ, ਉਹ ਫਸਟ ਹੋਮ ਬਾਇਰ ਹੈ ਜਾਂ ਜਿਹਨੇ ਖੁਦ ਰਹਿਣਾ। ਜੇ ਇਨਵੈਸਟਰ ਹੈ, ਉਹ ਤੁਹਾਡੀ ਪ੍ਰੋਪਰਟੀ ਨੂੰ ਉਹ ਵੈਲਿਊ ਨਹੀਂ ਦੇਵੇਗਾ, ਉਹ ਹਮੇਸ਼ਾ ਮੂਵ ਆਊਟ ਕਰ ਜਾਏਗਾ। ਤੁਸੀਂ ਕਿਸੇ ਵੀ ਔਕਸ਼ਨ 'ਤੇ ਜਾ ਕੇ ਦੇਖਿਓ, ਜਿੱਥੇ ਪ੍ਰਾਈਜ਼
ਅਨਰੀਅਲਿਸਟਿਕਲੀ ਹਾਈ ਜਾਂਦੇ ਆ, ਉੱਥੇ ਸੈਂਟੀਮੈਂਟਸ ਇਨਵੋਲਵ ਹੁੰਦੇ ਆ, ਉੱਥੇ ਫਸਟ ਹੋਮ ਬਾਇਰ ਹੁੰਦਾ, ਉੱਥੇ ਜਿਨ੍ਹਾਂ ਨੇ ਆਪਣਾ ਘਰ ਲੈਣਾ ਨਾ ਹੋ ਸਕਦਾ ਸੈਕਿੰਡ ਹੋਮ ਬਾਇਰ ਹੋਣ, ਪਰ ਜਿਨ੍ਹਾਂ ਨੇ ਖੁਦ ਰਹਿਣ ਲਈ ਲੈਣਾ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਹ ਉਸ ਪ੍ਰੋਪਰਟੀ ਨੂੰ ਲੈਟ ਗੋ ਕਰ ਦੇਣ। ਸੋ ਜਿਹੜੀ ਇਮੋਸ਼ਨਸ ਪ੍ਰੋਪਰਟੀ ਮਾਰਕੀਟ ਨੂੰ ਬਹੁਤ ਡਰਾਈਵ ਕਰਦੇ ਆ, ਔਰ ਲਾਸਟ 3 ਇਅਰਸ ਇਹ ਬੈਸਟ ਐਗਜ਼ਾਮਪਲ ਸੀਗੀ। ਸੋ ਇਸ ਚੀਜ਼ਾਂ ਨੂੰ ਤੁਸੀਂ ਧਿਆਨ ਰੱਖੋ। ਅਮ, ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਇਸੇ ਯੂਟਿਊਬ ਚੈਨਲ ਦੇ ਉੱਤੇ ਮੈਂ ਇਮੀਗ੍ਰੇਸ਼ਨ ਬਾਰੇ ਵੀ ਡਿਸਕਸ ਕਰਾਂਗਾ। ਬਹੁਤ ਜ਼ਿਆਦਾ ਹੀ ਮੁਸ਼ਕਿਲ ਆਉਣ ਵਾਲੀ ਹੈ ਕੰਮ ਦੇ ਪ੍ਰਤੀ, ਔਰ ਓਬਵੀਅਸਲੀ ਜਿਹੜੇ ਆਪਣੇ ਇੱਥੇ ਸਟੂਡੈਂਟਸ ਪੜ੍ਹ ਰਹੇ ਆ, ਮਾਰਕੀਟ ਦੇ ਵਿੱਚ ਵਰਕ ਅਵੇਲੇਬਿਲਿਟੀ ਬਹੁਤ ਘੱਟ ਗਈ ਹੈ, ਔਰ ਐਕਸਪਲੋਇਟੇਸ਼ਨ ਜਿਹਨੂੰ ਕਹਿੰਦੇ ਆ ਉਹ ਵੱਧ ਗਈ ਹੈ। ਜਿੱਦਾਂ ਆਪਣੇ ਪੰਜਾਬੀ ਮਾੜਾ ਲੱਗਦਾ ਹੈ ਕਹਿਣਾ, ਪਹਿਲਾਂ ਕਰਦੇ ਸੀਗੇ, ਉਹ ਵਾਪਿਸ ਆਉਣਾ ਸ਼ੁਰੂ ਹੋ ਗਿਆ ਹੈ ਕਿ ਕਿਸੇ ਦੇ ਪੈਸੇ ਨਹੀਂ ਦੇਣੇ, ਕਿਸੇ ਕੋ ਕੰਮ ਕਰਾ ਲਿਆ, ਅੰਡਰ ਪੇ ਕਰਤਾ। ਸੋ ਹਰ ਇੱਕ ਚੀਜ਼ ਨੂੰ ਅਸੀਂ ਕਵਰ ਨਹੀਂ ਕਰ ਸਕਦੇ, ਬਟ ਕੋਸ਼ਿਸ਼ ਇਹੀ ਰਹੇਗੀ ਕਿ ਮੇਨ ਜਿਹੜੇ ਟੌਪਿਕ ਹੈ ਇਸ ਚੈਨਲ 'ਤੇ ਕਵਰ ਕੀਤੇ ਜਾਣ। ਔਰ ਜੇ ਤੁਹਾਡਾ ਕੋਈ ਵੀ ਕਮੈਂਟ ਹੈ, ਬਟ ਮੋਸਟਲੀ ਪਲੀਜ਼ ਤੁਸੀਂ ਮੈਨੂੰ ਜੇ ਨਹੀਂ ਫੋਲੋ ਕਰਦੇ ਯੂਟਿਊਬ 'ਤੇ, ਤੁਸੀਂ ਯੂਟਿਊਬ 'ਤੇ ਜਾ ਕੇ ਫੋਲੋ ਕਰੋ, ਬਿਕੋਜ਼ ਉਹੀ ਇੱਕ ਪਲੇਸ ਹੈ ਜਿੱਥੇ ਮੈਂ ਮੋਸਟਲੀ ਲੌਂਗ ਫਾਰਮੈਟ ਲਾਈਵ ਜਾਇਆ ਕਰਾਂਗਾ, ਬਿਕੋਜ਼ ਇਟ ਇਜ਼ ਮਚ ਐਫੀਸ਼ੀਐਂਟ, ਫਿਰ ਮੈਂ ਮੈਨੇਜ ਕਰ ਸਕਦਾ। ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਕਿ ਮੈਂ ਬਾਕੀ ਪਲੇਟਫਾਰਮ 'ਤੇ ਵੀ ਲਾਈਵ ਜਾ ਕੇ ਤੁਹਾਡੇ ਆਂਸਰਸ ਦੇ ਸਕਾਂ। ਸੋ ਕੋਸ਼ਿਸ਼ ਇਹੀ ਕਰੋ ਕਿ ਆਪਣੇ ਆਪ ਨੂੰ ਪ੍ਰੀਪੇਅਰ ਰੱਖੋ। ਜਦੋਂ 2008 2009 ਸੀਗੇ, ਸੇਮ ਸੇਮ ਚੀਜ਼ਾਂ ਹੋ ਰਹੀਆਂ ਸੀਗੀਆਂ, ਐਗਜ਼ੈਕਟਲੀ। ਕੰਮ ਨਹੀਂ ਮਿਲਦਾ ਸੀਗਾ, ਲੋਕ ਈਵਨ ਕੰਮ 'ਤੇ ਜਾ ਕੇ ਵੀ, ਮੈਨੂੰ ਯਾਦ ਹੈ ਕਹਿੰਦੇ ਸੀਗੇ ਜੇ $10 'ਤੇ ਕਰ ਰਿਹਾ, ਮੈਂ $8 'ਤੇ ਕੰਮ ਕਰਨ ਨੂੰ ਤਿਆਰ ਹਾਂ। ਸੋ ਉਹ ਚੀਜ਼ਾਂ ਹੁੰਦੀਆਂ, ਔਰ ਫਿਰ ਹੋਣੀਆਂ ਸ਼ੁਰੂ ਹੋ ਗਈਆਂ। ਟਾਈਮ ਆਪਣੇ ਆਪ ਨੂੰ ਰਿਪੀਟ ਕਰ ਰਿਹਾ ਹੈ, ਬਟ ਮੈਨੂੰ ਖੁਦ ਨੂੰ ਯਾਦ ਹੈ ਕਿ ਇਟ ਵਾਜ਼ ਸੋ ਟਫ ਟਾਈਮ। ਆਪਣੇ ਆਪ ਨੂੰ ਨੌਲੇਜਬਲ ਬਣਾਓ, ਆਪਣੇ ਆਪ ਨੂੰ ਇਰਰਿਪਲੇਸੇਬਲ ਬਣਾਓ। ਜੇ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਰਿਪਲੇਸੇਬਲ ਹੋ, ਦੈਨ ਯੂ ਨੀਡ ਟੂ ਵਰਕ ਔਨ ਯੋਰਸੈਲਫ। ਸਭ ਤੋਂ ਪਹਿਲੀ ਗੱਲ ਹੈ। ਔਰ ਦੂਸਰੀ ਗੱਲ ਇਹ ਹੈ, ਇੱਕ ਇਹ ਗੱਲ ਜ਼ਰੂਰ ਮਨ 'ਚ ਰੱਖਿਓ, ਕਈ ਲੋਕ ਸੋਚਦੇ ਅਸੀਂ ਜੋਬ ਕਰਦੇ ਹਾਂ, ਅਸੀਂ ਇਨਵੈਸਟ ਨਹੀਂ ਕਰ ਸਕਦੇ। ਮੈਂ ਐਕਚੁਅਲ 'ਚ ਮੰਨਦਾ ਕਿ ਜੋਬ ਕਰਦੇ ਹੋਏ ਇਨਵੈਸਟਮੈਂਟ ਕਰਨਾ ਬੈਸਟ ਚੀਜ਼ ਹੈ, ਕਿਉਂਕਿ ਤੁਹਾਡੀ ਟੈਕਸ ਆਫਸੈਟ ਤੁਹਾਨੂੰ ਇੰਨਾ ਰਿਚ ਬਣਾ ਸਕਦੇ ਆ, ਤੁਸੀਂ ਕਦੀ ਸੋਚ ਵੀ ਨਹੀਂ ਸਕਦੇ। ਮੋਸਟ ਆਫ ਦਾ ਟਾਈਮ ਸਾਨੂੰ ਲੱਗਦਾ ਹੈ ਕਿ ਬਿਜ਼ਨਸ ਪੀਪਲ ਆ ਜਿਹੜੇ ਉਹ ਜ਼ਿਆਦਾ ਸਕਸੈਸਫੁਲ ਹੁੰਦੇ ਆ, ਬਟ ਇਹ ਗਲਤ ਗੱਲ ਹੈ। ਤੁਸੀਂ ਮੇਰੇ ਪਰਸਨਲ ਓਪੀਨੀਅਨ ਨਹੀਂ, ਪਰਸਨਲ ਐਕਸਪੀਰੀਅੰਸ ਤੋਂ ਮੈਂ ਦੱਸ ਰਿਹਾ ਕਿ ਜਿਹੜੇ ਜੋਬ ਕਰਦੇ ਆ, ਉਹਨਾਂ ਲਈ ਐਕਚੁਅਲੀ ਬੈਂਕ ਮੋਰ ਲੀਨੀਅੰਟ ਹੈ ਦੈਨ ਦ ਬਿਜ਼ਨਸ ਓਨਰ। ਹਾਂ, ਬਿਜ਼ਨਸ ਓਨਰ ਨਵੀਂ ਕਾਰ ਲੈ ਲੈਂਦੇ ਆ, ਟੈਕਸ ਆਫਸੈਟ ਕਰ ਦਿੰਦੇ ਆ, ਬਟ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਜੁਲਾਈ ਤੋਂ ਬਾਅਦ ਆਪਣਾ ਟੈਕਸ ਭਰਨਾ ਪੈਂਦਾ, ਤੁਹਾਡਾ ਆਲਰੇਡੀ ਪੇਡ ਹੁੰਦਾ, ਉਹਨਾਂ ਨੇ ਫੇਰ ਪੇ ਕਰਨਾ ਹੁੰਦਾ। ਸੋ ਇਨ ਕੰਪੈਰੀਜ਼ਨ ਫਰੋਮ ਮਾਈ ਐਕਸਪੀਰੀਅੰਸ, anybody who is in a job can start doing investment and it is very very good, ਕਿਉਂਕਿ ਤੁਹਾਨੂੰ ਜ਼ਿਆਦਾ ਐਫਰਟ ਲਾਉਣ ਦੀ ਲੋੜ ਨਹੀਂ ਹੈ, ਤੁਹਾਡੀ ਇਨਕਮ ਆ ਰਹੀ ਹੈ, ਤੁਸੀਂ ਆਪਣੀ ਨੌਲੇਜ 'ਤੇ ਸਸਟੇਨੇਬਲ ਹੋ। ਬਿਜ਼ਨਸ ਨੂੰ ਹੈ ਐਕਸਪੋਨੈਂਸ਼ੀਅਲ ਗਰੋਥ ਚਾਹੀਦੀ ਹੈ, ਕੰਟੀਨਿਊਸ ਰੈਵਨਿਊ ਚਾਹੀਦਾ ਜਨਰੇਟ ਕਰ ਰਹੇ ਹੋ, ਬਟ ਜਿੱਥੇ ਤੁਹਾਡੀ ਜੋਬ ਹੈ, ਜੇ ਤੁਹਾਨੂੰ ਨੌਲੇਜ ਹੈ, ਜੇ ਤੁਹਾਨੂੰ ਐਕਸਪੀਰੀਅੰਸ ਹੈ, ਤਾਂ ਤੁਹਾਨੂੰ ਉਹ ਚੀਜ਼ਾਂ ਆਟੋਮੈਟਿਕਲੀ ਤੁਹਾਡਾ ਕੈਸ਼ ਫਲੋ ਹੈ ਉਹ ਬੈਟਰ ਰਹੇਗਾ। ਸੋ ਜਿਹੜੀਆਂ ਚੀਜ਼ਾਂ ਤੁਹਾਡੇ ਦਿਮਾਗ ਦੇ ਵਿੱਚ ਹੈਗੀਆਂ, ਉਹਨੂੰ ਪੁਰਾਣੇ ਟਾਈਮ ਦੇ ਵਿੱਚ ਕਿ ਇਹ ਹੋ ਗਿਆ, ਇਹ ਹੋ ਗਿਆ, ਅਨਫੋਰਚੂਨੇਟਲੀ ਟਾਈਮ ਆਲਵੇਜ਼ ਡਿਫਰੈਂਟ। ਜਦੋਂ ਅਸੀਂ ਆਏ 2008-9 ਦਾ ਟਾਈਮ ਦੇਖਿਆ ਸੀਗਾ, ਜਦੋਂ ਰਿਸੈਸ਼ਨ ਆਇਆ ਸੀਗਾ, ਈਵਨ ਆਸਟ੍ਰੇਲੀਆ ਟਿਪੀਕਲੀ ਰਿਸੈਸ਼ਨ 'ਚ ਗਿਆ ਨਹੀਂ ਸੀਗਾ ਉਦੋਂ, ਬਟ ਟਾਈਮਸ ਬਹੁਤ ਟਫ ਸੀਗੇ। ਸੋ ਉਹੀ ਟਾਈਮ ਹੁਣ ਆ ਰਹੇ ਹੈ। ਆਪਣੇ ਆਪ ਨੂੰ ਪ੍ਰੀਪੇਅਰ ਰੱਖੋ, ਆਪਣੇ ਆਪ ਨੂੰ ਐਜੂਕੇਟ ਕਰੋ, ਨੌਲੇਜ ਰੱਖੋ, ਔਰ ਤੁਸੀਂ ਠੀਕ ਰਹੋਗੇ। ਆਪਾਂ ਥੋੜ੍ਹੇ ਜਿਹੇ ਕਮੈਂਟ ਲੈ ਲੈਂਦੇ ਹਾਂ ਜਿਹੜੇ ਆਏ ਆ। ਆਈ ਥਿੰਕ ਫਸਟ ਟਾਈਮ ਮੈਨੂੰ YouTube 'ਤੇ ਕੋਈ ਕਮੈਂਟ ਨਹੀਂ ਆ ਰਿਹਾ, ਸੋ ਆਈ ਵਿਲ ਟਰਾਈ ਟੂ ਟੇਕ ਦ ਕਮੈਂਟ ਔਨ ਟਿਕਟੋਕ। ਜੇ ਤੁਹਾਡਾ ਕੋਈ ਵੀ ਸਵਾਲ ਹੈਗਾ ਤੁਸੀਂ ਮੈਨੂੰ ਪੁੱਛ ਸਕਦੇ ਹੋ, ਮੋਰ ਦੈਨ ਹੈਪੀ ਟੂ ਆਨਸਰ।
ਰੱਬ ਤੁਸੀਂ ਸੈਕੰਡ ਪ੍ਰੋਪਰਟੀ ਲੈਣਾ ਚਾਹੁੰਦੇ ਹੋ, ਬਹੁਤ ਵਧੀਆ ਗੱਲ ਹੈ, ਬਟ ਫਿਰ ਮੈਂ ਫਿਲਹਾਲ ਕਵਾਂਗਾ ਕਿ ਤੁਸੀਂ ਵੇਟ ਕਰੋ। ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਲਿਸਟਿੰਗਸ ਆ ਰਹੀਆਂ। ਦੇਰ ਇਜ਼ 30% ਪਿਛਲਾ ਡਾਟਾ ਦੱਸ ਰਿਹਾ, 30% ਜਿਹੜੇ ਇਨਵੈਸਟਰ ਹੈ ਉਹ ਇਸ ਟਾਈਮ ਤੇ ਵੇਚ ਰਿਹਾ। ਸਾਨੂੰ ਲੱਗਦਾ ਹੈ ਕਿ ਫਸਟ ਹੋਮ ਬਾਇਰ ਮਾਰਕੀਟ ਦੇ ਵਿੱਚ ਆਣਗੇ, ਬਟ ਟਰਸਟ ਮੀ, ਇਟਸ ਨਾਟ ਦ ਫਸਟ ਹੋਮ ਬਾਇਰ ਜਿਹੜੇ ਸੈਲ ਕਰ ਰਹੇ ਹੈ, ਇਨਵੈਸਟਰ ਹੈ। ਕਿਉਂਕਿ ਜਿਹੜੀ ਪ੍ਰੋਪਰਟੀ ਹੁੰਦੀ ਹੈ, ਦੈਟ ਇਜ਼ ਦ ਲਾਸਟ ਥਿੰਗ ਯੂ ਸੈਲ। ਤੁਹਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਤੁਸੀਂ ਪ੍ਰੋਪਰਟੀ ਰਹਿ ਰਹੇ ਹੋ, ਤੁਸੀਂ ਇੱਕ ਟਾਈਮ ਦਾ ਖਾਣਾ ਘੱਟ ਖਾ ਲਓਗੇ, ਪਰ ਆਪਣੀ ਪ੍ਰੋਪਰਟੀ ਨੂੰ ਨਹੀਂ ਵੇਚੋਗੇ। ਸੋ ਇਹ ਚੀਜ਼ਾਂ ਕਰਕੇ ਇਨਵੈਸਟਰ ਸਫਰ ਜ਼ਿਆਦਾ ਕਰ ਰਹੇ ਹੈ ਦੈਨ ਅਦਰ। ਸੋ ਇਹ ਕੋਸ਼ਿਸ਼ ਕਰੋ ਕਿ ਤੁਸੀਂ ਆਪਣੀ ਜਿਹੜੀ ਫਿਊਚਰ ਇਨਵੈਸਟਮੈਂਟ ਹੈ ਉਹਨੂੰ ਦੇਖਦੇ ਰਹੋ, ਮਾਰਕੀਟ ਨੂੰ ਅਬਜ਼ਰਵ ਕਰਦੇ ਰਹੋ। ਜੇ ਤੁਹਾਡੇ ਮਨ ਦੇ ਵਿੱਚ ਕੋਈ ਸਟਰੀਟ ਹੈਗੀ ਹੈ, ਫੋਰ ਐਗਜ਼ਾਮਪਲ ਮੇਰੇ ਮਨ ਦੇ ਵਿੱਚ ਹੈਗੀ ਹੈ ਕਿ ਮੈਂ ਸਟਰੀਟ ਤੇ ਲੈਣੀ ਹੈ ਪ੍ਰੋਪਰਟੀ, ਜਾਂ ਇਸ ਏਰੀਏ ਦੇ ਵਿੱਚ ਲੈਣੀ ਹੈ, ਉਸ ਏਰੀਏ ਨੂੰ ਅਬਜ਼ਰਵ ਕਰੋ। ਦੇਖੋ ਕਿ ਉਸ ਏਰੀਏ ਦੇ ਵਿੱਚ ਜਿਹੜੀਆਂ ਪ੍ਰੋਪਰਟੀਜ਼ ਹੈ ਕਿੰਨੀਆਂ ਲਿਸਟਿੰਗ ਹੈ। ਤੁਸੀਂ ਬਹੁਤ ਜ਼ਿਆਦਾ ਡੋਮੇਨ ਤੇ ਫਿਲਟਰ ਯੂਜ਼ ਕਰ ਸਕਦੇ ਹੋ। ਫਿਲਟਰ ਨੂੰ ਯੂਜ਼ ਕਰਕੇ ਤੁਸੀਂ ਆਈਡੈਂਟੀਫਾਈ ਕਰ ਸਕਦੇ ਹੋ ਕਿ ਕਿੰਨੀ ਦੇਰ ਪ੍ਰੋਪਰਟੀ ਉਸ ਚੀਜ਼ ਤੇ ਰਹੀ ਹੈ, ਔਰ ਤੁਹਾਨੂੰ ਉਸ ਚੀਜ਼ ਤੋਂ ਕਿੰਨਾ ਬੈਨੀਫਿਟ ਹੋ ਸਕਦਾ। ਇਟਸ ਅ ਗੁੱਡ ਟਾਈਮ ਟੂ ਬਾਈ ਅ ਫਸਟ ਹੋਮ ਇਨ ਮੈਲਬਨ। ਜੇ ਤੁਸੀਂ ਫਸਟ ਹੋਮ ਬਾਇਰ ਹੋ, ਟਰਸਟ ਮੀ, ਇਟਸ ਨੈਵਰ ਗੁੱਡ ਟਾਈਮ ਔਰ ਬੈਡ ਟਾਈਮ। ਕਿਉਂਕਿ ਤੁਸੀਂ ਜਿਹੜਾ ਰੈਂਟ ਦੇ ਰਹੇ ਹੋ ਉਹ ਤੁਹਾਡੀ ਅਨਯੂਜ਼ਡ ਮਨੀ ਹੈ, ਠੀਕ ਹੈ। ਸੋ ਜੇ ਤੁਸੀਂ ਫਸਟ ਹੋਮ ਬਾਇਰ ਹੋ, ਗੋ ਫॉर ਬਾਰਗੇਨ, ਲੁੱਕ ਫॉर ਬਾਰਗੇਨ, ਕੀਪ ਲੁਕਿੰਗ। ਆਈ ਵਿਲ ਨੈਵਰ ਸਪੋਰਟ ਕਿ ਤੁਸੀਂ ਰੈਂਟ ਤੇ ਰਹੋ, ਕਿਉਂਕਿ ਜਿਹੜਾ ਤੁਸੀਂ 2500 ਰੈਂਟ ਦੇ ਰਹੇ ਹੋ, ਤੁਸੀਂ ਕਿਸ਼ਤ ਦੇ ਦਿਓ, ਤੁਹਾਡੀ ਪ੍ਰੋਪਰਟੀ ਥੱਲੇ ਜਾ ਰਹੀ ਹੈ ਉੱਤੇ ਜਾ ਰਹੀ ਹੈ, ਮੈਟਰ ਨਹੀਂ ਕਰਦਾ, ਕਿਉਂਕਿ ਤੁਸੀਂ 5 ਸਾਲ 6 ਸਾਲ ਉਸ ਪ੍ਰੋਪਰਟੀ ਦੇ ਵਿੱਚ ਰਹਿਣਾ ਐਂਡ ਇਵੈਂਚੁਅਲੀ 5 ਸਾਲ ਦੀ ਗੇਮ ਦੇ ਵਿੱਚ ਪ੍ਰੋਪਰਟੀ ਉੱਤੇ ਹੀ ਜਾਏਗੀ, ਨੋ ਕੁਐਸਚਨਸ ਆਸਕ। ਸੋ ਪਰ ਕੋਸ਼ਿਸ਼ ਕਰੋ ਕਿ ਜਿਹੜੀ ਤੁਹਾਡੀ ਇਨਵੈਸਟਮੈਂਟ ਹੈ ਉਹ ਲੈਮਨ ਨਾ ਹੋਵੇ। ਤੁਸੀਂ ਇਹ ਨਾ ਆਪਣੀ ਇਮੋਸ਼ਨਸ ਆ ਕੇ ਇੱਦਾਂ ਦੀ ਪ੍ਰੋਪਰਟੀ ਨਾ ਖਰੀਦ ਲਿਓ ਜਿਹੜੀ ਤੁਹਾਡੀ ਗਰੋਥ ਨੂੰ ਸਟਾਪ ਕਰ ਦੇ। ਮੈਂ ਬਹੁਤ ਕੇਸਿਸ ਦੇ ਵਿੱਚ ਡੀਲ ਕੀਤਾ ਕਿ ਉਹਨਾਂ ਨੇ ਇੱਕ ਪ੍ਰੋਪਰਟੀ ਲੈ ਲਈ ਹੈ, ਅਨਫੋਰਚੂਨੇਟਲੀ ਉੱਥੇ ਸਟਕ ਕਰ ਗਿਆ, ਕਿਉਂਕਿ ਨਾ ਤਾਂ ਏਰੀਆ ਗਰੋ ਹੋਇਆ, ਪ੍ਰੋਪਰਟੀ ਵੀ ਨਹੀਂ ਗਰੋ ਕਰ ਸਕੀ। ਦੇ ਆਰ ਨਾਟ ਰੀਅਲੀ ਹੈਂਡੀ ਟੂ ਮੇਨਟੇਨ ਦ ਪ੍ਰੋਪਰਟੀ। it's trust me, it's a biggest investment of your life. You don't want to do something ਜਿਹਦੇ ਕਰਕੇ ਤੁਹਾਨੂੰ ਰਿਗਰੈਟ ਹੋਵੇ। ਸੋ ਆਪਣੇ ਆਪ ਨੂੰ ਐਜੂਕੇਟ ਕਰੋ। ਜੇ ਐਜੂਕੇਟ ਕਰਨ ਦਾ ਟਾਈਮ ਨਹੀਂ ਹੈਗਾ, ਪਲੀਜ਼ ਕੰਸਲਟ ਕਰੋ। ਔਰ ਮੇਰੀ ਇੱਕ ਸਲਾਹ ਹੁੰਦੀ ਹੈ, ਮੇਰੇ ਬਹੁਤ ਜ਼ਿਆਦਾ ਫਰੈਂਡ ਰੀਅਲ estate ਏਜੰਟ ਵੀ ਹੈ। ਸਾਰੇ ਰੀਅਲ estate ਏਜੰਟ ਮਾੜੇ ਨਹੀਂ ਹੁੰਦੇ, ਔਰ ਖਾਸ ਕਰਕੇ ਜਦੋਂ ਤੁਸੀਂ ਕਿਸੇ ਵੀ ਰੀਅਲ estate ਏਜੰਟ ਨਾਲ ਗੱਲ ਕਰਦੇ ਹੋ, ਦੇਖੋ ਉਹਨੂੰ ਉਸ ਏਰੀਏ ਦੇ ਵਿੱਚ ਕਿੰਨਾ ਐਕਸਪੀਰੀਅੰਸ ਹੈ। ਜਿਹਨੇ ਆਪਣੇ ਵਾਲ ਚਿੱਟੇ ਕੀਤੇ ਹੈ, ਹੀ ਨੋਜ਼ ਵਾਟ ਹੀ ਇਜ਼ ਟਾਕਿੰਗ ਅਬਾਊਟ। ਜਿਹਨੂੰ ਹਲੇ ਥੋੜਾ ਟਾਈਮ ਹੋਇਆ ਮਾਰਕੀਟ ਦੇ ਵਿੱਚ, ਉਹਨੂੰ ਨਹੀਂ ਪਤਾ ਕਿ ਮਾਰਕੀਟ 'ਚ ਕੀ ਹੋ ਰਿਹਾ। ਮੈਂ 15 ਸਾਲ ਹੋ ਗਏ ਹੈ ਰੀਅਲ estate ਇਨਵੈਸਟਮੈਂਟ ਦੇ ਵਿੱਚ ਡੀਲ ਕਰ ਰਿਹਾ। ਸੋ ਮੈਨੂੰ ਪਤਾ ਕਿ ਮਾਰਕੀਟ ਦੇ ਵਿੱਚ ਕਿਹੜੇ ਕਿਹੜੇ ਏਰੀਆਜ਼ ਕਿੱਦਾਂ ਵਧੇ ਹੈ, ਕੀ ਕੀ ਇਫੈਕਟ ਸੀਗੇ। ਸੋ ਕੋਸ਼ਿਸ਼ ਕਰੋ ਜਿਹੜਾ ਰਾਈਟ ਪਰਸਨ ਹੈ, ਜ਼ਰੂਰੀ ਨਹੀਂ ਕਿ ਤੁਸੀਂ ਕਿਸੇ ਨੂੰ ਪੇ ਕਰਕੇ ਨੌਲੇਜ ਲੈਣੀ ਹੈ, ਕਿਸੇ ਨੇ ਲਿਸਟ ਕੀਤੀ ਹੈ ਉਹ ਬੰਦੇ ਬਾਰੇ ਰਿਸਰਚ ਕਰੋ, ਉਹਨੂੰ ਕਿੰਨਾ ਐਕਸਪੀਰੀਅੰਸ ਹੈ। ਔਰ ਜਿਹਦੇ ਕੋਲ ਐਕਸਪੀਰੀਅੰਸ ਤੇ ਪੈਸਾ ਹੈਗਾ, ਮੇਰੀ ਗੱਲ ਯਾਦ ਰੱਖਿਓ, ਉਹ ਤੁਹਾਨੂੰ ਕਦੀ ਰਿਪ ਆਫ ਨਹੀਂ ਕਰੇਗਾ। ਰਿਪ ਆਫ ਵੀ ਉਹੀ ਬੰਦਾ ਕਰੇਗਾ ਜਿਹਦੇ ਕੋਲ ਕੁਝ ਵੀ ਨਹੀਂ ਹੈਗਾ। ਸੋ ਗੁੱਡ ਲੱਕ। ਬਟ ਫਸਟ ਹੋਮ ਬਾਇਰ ਹਮੇਸ਼ਾ ਬਾਰਗੇਨ ਲੱਭਣ ਦਾ ਟਾਈਮ ਹੋਣਾ। ਤੁਸੀਂ ਗੁੱਡ ਪ੍ਰੋਪਰਟੀ ਲੈ ਸਕਦੇ ਹੋ। ਆਈ ਵਿਲ ਨੈਵਰ ਸਪੋਰਟ ਟੂ ਸਟੇ ਔਨ ਰੈਂਟ ਫॉर ਲੌਂਗ ਟਾਈਮ। ਹਾਂ 6 ਮਹੀਨੇ 7 ਮਹੀਨੇ ਠੀਕ ਹੈ, but that time you should spend on looking for property, not wasting it all. ਮੈਂ ਮੈਲਬਨ ਬੇਸਡ ਹਾਂ, ਬਟ ਮੇਰੇ ਕਲਾਇੰਟਸ ਆਲ ਓਵਰ ਆਸਟ੍ਰੇਲੀਆ। ਫੋਰ ਐਗਜ਼ਾਮਪਲ ਹੁਣ ਮੰਡੇ ਨੂੰ ਮੈਂ ਗੋਲਡ ਕੋਸਟ ਜਾ ਰਿਹਾ, ਮੇਰੀ ਉੱਥੇ ਇੱਕ ਕਾਨਫਰੰਸ ਹੈਗੀ ਹੈ, ਕੁਝ ਕਲਾਇੰਟਸ ਨੂੰ ਉੱਥੇ ਮਿਲ ਰਹੇ ਆ। ਸੋ ਆਈ ਡੀਲ ਵਿਦ ਪੀਪਲ ਆਲ ਓਵਰ ਅਕ੍ਰੋਸ ਆਸਟ੍ਰੇਲੀਆ।
ਜੇ ਤੁਹਾਡਾ ਹੋਰ ਕੋਈ ਸਵਾਲ ਹੈਗਾ ਤੁਸੀਂ ਮੈਨੂੰ ਪੁੱਛ ਸਕਦੇ ਹੋ। ਆਈ ਹੈਵ ਅਨਦਰ 5-10 ਮਿੰਟਸ ਬਿਫੋਰ ਵੀ ਕੈਨ ਐਂਡ ਦ ਲਾਈਵ ਸੈਸ਼ਨ। ਔਰ ਖਾਸ ਕਰਕੇ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਤੁਸੀਂ ਹਾਂਜੀ ਮੈਂ ਪਰਸਨਲ ਵੀ ਡੀਲ ਕਰਦਾ ਐਕਚੁਅਲੀ। ਔਰ ਆਪਣੀ ਲਾਈਫ ਦੇ ਵਿੱਚ ਤੁਸੀਂ ਗਿਵ ਬੈਕ ਕਰਨਾ ਜ਼ਰੂਰ ਸਿੱਖੋ। ਮੈਂ ਮੰਨਦਾ ਹੈ ਕਿ ਜੇ ਤੁਹਾਨੂੰ ਲਾਈਫ ਦੇ ਵਿੱਚ ਸਕਸੈਸ ਹੋਣਾ ਹੈ ਤੇ ਕਿਸੇ ਦਾ ਭਲਾ ਜ਼ਰੂਰ ਕਰੋ, ਕਿਸੇ ਨਾ ਕਿਸੇ ਤਰੀਕੇ। ਕਿਉਂਕਿ ਪਰਮਾਤਮਾ ਨੇ ਜੇ ਤੁਹਾਨੂੰ ਕੁਛ ਦਿੱਤਾ ਹੈ, ਉਹ ਕਿਸੇ ਪਰਪਸ ਕਰਕੇ ਦਿੱਤਾ ਹੈ। ਜ਼ਿਆਦਾ ਗਰੀਡੀ ਨਾ ਬਣੋ। ਜੇ ਤੁਹਾਨੂੰ ਕੁਛ ਪਰਮਾਤਮਾ ਦੇ ਰਿਹਾ, ਉਹਦੇ ਵਿੱਚ ਆਪਣੀ ਰਿਲੀਜਨ ਦੇ ਵਿੱਚ ਚਲਾਇਆ ਸੀਗਾ ਦਸਵੰਧ, ਉਹ ਕਿਸੇ ਕਾਰਨ ਕਰਕੇ ਚਲਾਇਆ ਸੀਗਾ। ਉਹ ਦਸਵੰਧ ਜ਼ਰੂਰ ਦਓ। ਜੇ ਦਸਵੰਧ ਨਹੀਂ ਦੇ ਸਕਦੇ, 1 ਰੁਪਈਆ ਦੇ ਦਿਓ। ਪਰ ਆਪਣੀ ਲਾਈਫ ਦੇ ਵਿੱਚ ਜ਼ਰੂਰ ਚੈਰੀਟੇਬਲ ਆਰਗਨਾਈਜੇਸ਼ਨ ਦੇ ਨਾਲ ਜੁੜੋ। ਕਿਸੇ ਦਾ ਭਲਾ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਆਪਣੇ ਆਪ ਨੂੰ ਉਸ ਪੋਜੀਸ਼ਨ ਤੇ ਰੱਖ ਕੇ ਚਲੋ। ਮੈਂ ਕਈ ਵਾਰੀ ਦੇਖਦਾ ਕਿ ਕਈ ਲੋਕ ਆਪਣੇ ਸਟੂਡੈਂਟਸ ਨੂੰ ਮਾੜਾ ਕਹਿੰਦੇ ਆ। ਮਾੜੇ ਚੰਗੇ ਲੋਕ ਸਾਰੀ ਜਗ੍ਹਾ ਤੇ ਹੁੰਦੇ ਆ, ਬਟ ਤੁਸੀਂ ਉਹ ਇਮੈਜਿਨ ਕਰਕੇ ਦੇਖੋ, ਅਸੀਂ ਵੀ ਆਏ ਸੀਗੇ ਐਜ਼ ਅ ਸਟੂਡੈਂਟ। ਜਦੋਂ ਮੈਂ ਆਇਆ ਸੀਗਾ ਇੱਥੇ ਤੇ ਮੈਨੂੰ ਕੋਈ ਮਾੜਾ ਕਹਿੰਦਾ, ਸ਼ਾਇਦ ਮੈਨੂੰ ਚੰਗਾ ਨਾ ਲੱਗਦਾ, ਕਿਉਂਕਿ ਮੈਨੂੰ ਪਤਾ ਮੈਂ ਕੌਣ ਆ। ਸੋ ਹਰ ਇੱਕ ਇਨਸਾਨ ਨੂੰ ਉਸੇ ਕੈਟਾਗਰੀ 'ਚ ਨਾ ਤੋਲੋ। ਇੰਡੀਵਿਜੂਅਲ ਦੇ ਨਾਲ ਰਹੋ। ਜੇ ਕਿਸੇ ਨੂੰ ਹੈਲਪ ਦੀ ਲੋੜ ਹੈ, ਉਹਦੀ ਹੈਲਪ ਕਰੋ। ਟਰਸਟ ਮੀ, ਇਹ ਹਮੇਸ਼ਾ ਵਾਪਿਸ ਆਉਂਦਾ ਹੈ। ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਹੋ, ਪਰਮਾਤਮਾ ਪਤਾ ਨਹੀਂ ਕਿਤੇ ਕਿਸੇ ਨਾ ਕਿਸੇ ਤਰੀਕੇ ਤੁਹਾਡੀ ਮਦਦ ਜ਼ਰੂਰ ਕਰ ਦਿੰਦਾ। ਸੋ ਕੁਐਸਚਨ ਥੈਂਕ ਯੂ ਸੋ ਮਚ। ਕੋਈ ਚੱਕਰ ਨਹੀਂ ਬਾਈ ਜੀ। ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ। ਫਿਲਹਾਲ 3 ਸਾਲ ਹੋ ਗਏ ਮੈਂ ਔਨਲਾਈਨ ਇਸ ਚੀਜ਼ ਦੀ ਨੌਲੇਜ ਦੇ ਰਿਹਾ, ਇਨਫੋਰਮੇਸ਼ਨ ਸ਼ੇਅਰ ਕਰ ਰਿਹਾ। ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੇ ਬੀ ਤੁਸੀਂ ਇਹ ਵੀ ਲਾ ਕੇ ਦੇਖ ਲਓ, ਇਹ ਵੀ ਮੇਰਾ ਦਸਵੰਧ ਹੈ ਕਿ ਜੋ ਚੀਜ਼ਾਂ ਮੈਨੂੰ ਸਿੱਖਣ ਨੂੰ ਮਿਲੀਆਂ ਲਾਈਫ ਦੇ ਵਿੱਚ, ਹਾਰਡਵੇ ਮਿਲੀਆਂ। ਉਸ ਪਰਮਾਤਮਾ ਦਾ ਮੈਂ ਬਹੁਤ ਸ਼ੁਕਰ ਕਰਦਾ ਕਿ ਲਾਈਫ ਦੇ ਵਿੱਚ ਜੋ ਜੋ ਮਿਲਿਆ, ਉਹ 'ਚੋਂ ਕੁਛ ਸਿੱਖਣ ਨੂੰ ਮੈਨੂੰ ਮਿਲਿਆ। ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜੋ ਮੈਂ ਸਿੱਖਿਆ ਹਾਰਡ ਵੇ, ਜੇ ਕਿਸੇ ਦੇ ਈਜ਼ੀ ਵੇ, ਇੱਕ ਬੰਦੇ ਦੇ ਵੀ ਈਜ਼ੀ ਵੇ ਕੰਮ ਆ ਗਿਆ, ਆਈ ਥਿੰਕ ਆਮ ਡਨ। ਮੇਰਾ ਜਿਹੜਾ ਪਰਪਸ ਹੈ ਉਹ ਸੋਲਵ ਹੋ ਗਿਆ। ਸੋ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਐਜੂਕੇਟ ਕਰਾਂ। ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਉਹ ਸਲਾਹ ਦੇਵਾਂ ਜਿਹੜੀ ਮੈਂ ਖੁਦ ਇੰਪਲੀਮੈਂਟ ਕਰਾਂ। ਬਾਕੀ ਆਮ ਇਕੋਨੋਮਿਸਟ, ਆਈ ਡੀਲ ਵਿਦ ਨੰਬਰ, ਆਈ ਆਮ ਇਨਵੈਸਟਰ, ਆਈ ਡੀਲ ਵਿਦ ਕੈਸ਼ ਫਲੋ। ਮੈਂ ਬਾਬਾ ਨਹੀਂ ਹੈਗਾ। ਮੈਂ ਕੋਈ ਵੀ ਤੁਹਾਨੂੰ ਕਹਿਣਾ ਨਹੀਂ ਇਹ ਹੋ ਜਾਊਗਾ, ਉਹ ਹੋ ਜਾਊਗਾ। ਐਨੀਥਿੰਗ ਕੈਨ ਚੇਂਜ। ਹੁਣ ਰੀਸੈਂਟਲੀ ਜਿਹੜੀ ਮੈਂ ਨਿਊਜ਼ ਪੜ੍ਹ ਰਿਹਾ ਸੀਗਾ ਮੈਲਬਨ ਦੇ ਵਿੱਚ, ਐਂਡ ਓਬਵੀਅਸਲੀ ਮਾਰਕ ਮਾਈ ਵਰਡਸ, ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਏਅਰਬੀਐਨਬੀ ਹੈ, ਇਹਨੂੰ ਬਹੁਤ ਗਵਰਨਮੈਂਟਸ ਖਿੱਚਣਗੀਆਂ। ਕੈਨੇਡਾ 'ਚ ਵੀ ਖਿੱਚਿਆ, ਮੈਲਬਨ 'ਚ ਵੀ ਖਿੱਚਿਆ। ਹੁਣ ਮੈਲਬਨ ਸਿਟੀ ਕਾਊਂਸਲ ਜਿਹੜਾ ਹੈਗਾ, ਉਹ ਪਲਾਨ ਬਣਾ ਰਿਹਾ ਕਿ ਜਿਹੜੇ ਵੀ ਘਰ ਏਅਰਬੀਐਨਬੀ ਹੈ, ਸ਼ਾਰਟ ਸਟੇ ਲਈ ਹੈ, ਉਹਨਾਂ ਨੂੰ ਸ਼ਾਰਟ ਸਟੇ ਤੇ ਅਲਾਉ ਨਹੀਂ ਕੀਤਾ ਜਾਏਗਾ। ਵੱਧ ਤੋਂ ਵੱਧ ਜਿਹੜਾ ਸ਼ਾਰਟ ਸਟੇ ਹੈ ਉਹ 6 ਮਹੀਨੇ ਦਾ ਹੋ ਸਕਦਾ ਹੈ, ਕਿਉਂਕਿ ਪ੍ਰੋਪਰਟੀ ਰੈਂਟਲ ਅਵੇਲੇਬਲ ਨਹੀਂ ਹੈਗੀ। ਸੋ ਰੈਂਟਲ ਪ੍ਰੋਪਰਟੀ ਨੂੰ ਅਵੇਲੇਬਲ ਕਰਾਉਣ ਲਈ ਉਹ ਇਹ ਸਟੈਪ ਲੈ ਰਹੇ ਆ। ਬਟ ਉਹਦੇ ਵਿੱਚ ਹੁਣ ਕਈ ਲੋਕਾਂ ਨੇ ਜਿਹੜੇ ਅਪਾਰਟਮੈਂਟਸ ਲਏ ਆ ਸਿਰਫ ਕੈਸ਼ ਫਲੋ ਕਰਕੇ, ਕਿ ਅਸੀਂ ਏਅਰਬੀਐਨਬੀ ਤੇ ਚੜਾ ਦਾਂਗੇ ਤੇ ਸਾਨੂੰ ਪੈਸੇ ਆ ਜਾਣਗੇ। ਉਹਨਾਂ ਦੀ ਜਿਹੜੀ ਇਨਵੈਸਟਮੈਂਟ ਉਹ ਪੁੱਠੀ ਪੈ ਗਈ। ਸੋ ਜੇ ਤੁਸੀਂ ਕਹੋ ਕਿ ਜਿੰਨੀ ਦੇਰ ਤੱਕ ਸਰਕਾਰ ਅਮ, ਅਹ, ਦੇ ਜਿਹੜੇ ਡਿਸੀਜ਼ਨ ਹੈ ਜਾਂ ਇਕੋਨੋਮੀ ਕਿੱਦਾਂ ਕੰਮ ਕਰਦੀ ਹੈ, ਪੀਪਲ ਇਟਸ ਅਬਾਊਟ ਪੀਪਲ। ਅੱਜ ਮੈਂ ਖਰਚਾ ਬੰਦ ਕਰਨਾ ਸ਼ੁਰੂ ਕਰਦਾ, ਚੀਜ਼ਾਂ ਥੱਲੇ ਆ ਜਾਣਗੀਆਂ। ਅੱਜ ਮੈਂ ਖਰਚਾ ਵੱਧ ਕਰਨਾ ਸ਼ੁਰੂ ਕਰਦਾ, ਚੀਜ਼ਾਂ ਉੱਪਰ ਚਲੇ ਜਾਣਗੀਆਂ। ਸੋ ਹਾਊ ਪੀਪਲ ਰਿਐਕਟ, that's the economy. What they spend, what they buy, what they sell, that's how things work. And ਜਿਹੜੀਆਂ ਗਵਰਨਮੈਂਟ ਦੀਆਂ ਪਾਲਿਸੀਜ਼ ਹੈ ਔਨ ਟੌਪ ਆਫ ਉਹਨੂੰ ਇਫੈਕਟ ਕਰਦੀ ਹੈ। ਸੋ ਇਹ ਚੀਜ਼ਾਂ ਨੂੰ ਹਮੇਸ਼ਾ ਆਪਣੀ ਇਨਫੋਰਮੇਸ਼ਨ ਦੇ ਵਿੱਚ ਰੱਖੋ। ਕੈਨ ਸੋ ਓਬਵੀਅਸਲੀ ਉਮੀਦ ਕਰਦਾ ਕਿ ਜਿਹੜਾ ਵੀ ਹੈ ਟਾਈਮ ਸੀ ਆਪਾਂ ਸਪੈਂਡ ਕੀਤਾ ਹੈ, ਇਹਦੇ ਵਿੱਚ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲੇਗੀ। ਇਹ ਜਿਹੜਾ ਇਵੈਂਟ ਹੈ, ਜਿਹੜੀ ਲਾਈਵ ਹੋਇਆ ਹੈ, ਇਹ YouTube ਤੇ ਰਿਕਾਰਡ ਹੋ ਰਿਹਾ ਹੈ। ਤੁਸੀਂ ਜਾ ਕੇ
ਦੇਖ ਸਕਦੇ ਹੋ, ਲਿੰਕ ਅਵੇਲੇਬਲ ਹੋਏਗਾ। ਜੇ ਵੀ ਤੁਹਾਡਾ ਕੋਈ ਕੁਐਸਚਨ ਹੈ, ਤੁਸੀਂ ਉਸ ਨੂੰ ਕਲੀਅਰ ਕਰ ਸਕਦੇ ਹੋ। ਅਗਲੇ ਹਫ਼ਤੇ ਫਿਰ ਲਾਈਵ ਹੋਣ ਦੀ ਕੋਸ਼ਿਸ਼ ਕਰਾਂਗੇ। ਤੁਹਾਡੇ ਜਿਹੜੇ ਕੁਐਸਚਨਸ ਆ ਉਹਨਾਂ ਨੂੰ ਆਨਸਰ ਕਰਨ ਦੀ ਕੋਸ਼ਿਸ਼ ਕਰਾਂਗੇ, ਤੇ ਉਮੀਦ ਕਰਦੇ ਹਾਂ ਕਿ ਉਨੀ ਦੇਰ ਤੱਕ ਤੁਸੀਂ ਚੜ੍ਹਦੀ ਕਲਾ 'ਚ ਰਹੋਗੇ। ਬਹੁਤ ਬਹੁਤ ਥੈਂਕ ਯੂ ਜਿਹੜੇ ਸਾਰੇ ਲਾਈਵ 'ਚ ਜੁਆਇਨ ਕੀਤਾ, ਜਿਨ੍ਹਾਂ ਨੇ ਇੰਨੀ ਅਪਰੀਸ਼ੀਏਸ਼ਨ ਦਿੱਤੀ ਹੈ। ਬਟ ਮੇਰੀ ਕੋਸ਼ਿਸ਼ ਆਉਣ ਵਾਲੇ ਟਾਈਮ ਦੇ ਵਿੱਚ ਇਹੀ ਰਹੇਗੀ ਕਿ ਤੁਹਾਨੂੰ ਜਿਹੜੀ ਵੀਕਲੀ ਬੇਸਿਸ ਦੇ ਉੱਤੇ ਆਸਟ੍ਰੇਲੀਆ, ਕੈਨੇਡਾ ਦੇ ਵਿੱਚ ਕੀ ਚੱਲ ਰਿਹਾ ਇਨਵੈਸਟਮੈਂਟ ਤੇ ਪ੍ਰੋਪਰਟੀ ਮਾਰਕੀਟ ਦੇ ਵਿੱਚ, ਉਸ ਚੀਜ਼ ਤੇ ਮੈਂ ਤੁਹਾਨੂੰ ਅਪਡੇਟ ਕਰਦਾ ਰਵਾਂ। ਔਰ ਖਾਸ ਕਰਕੇ ਆਈ ਥਿੰਕ ਵੀਕਲੀ ਮੇਰਾ ਸ਼ੋਅ ਇਹ ਵੀ ਹੋਏਗਾ ਕਿ ਅਸੀਂ ਜਿਹੜੇ ਸਾਡੇ ਭੈਣ ਭਰਾ ਸਟੂਡੈਂਟ ਆਏ ਹੈ, ਉਹਨਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਤਾਂ ਜੋ ਉਹਨਾਂ ਦੀ ਹੈਲਪ ਹੋ ਸਕੇ ਇਨ ਸਮ ਵੇ ਫਾਰਮ ਸ਼ੇਪ। ਆਈ ਕੈਨ ਰਿਲੇਟ ਮਾਈ ਸੈਲਫ ਕਿ ਜਦੋਂ ਮੈਂ ਐਜ਼ ਅ ਸਟੂਡੈਂਟ ਆਇਆ ਸੀਗਾ, ਕਿੰਨੀ ਹਾਰਡ ਲਾਈਫ ਸੀਗੀ। ਐਂਡ ਆਈ ਥਿੰਕ ਐਵਰੀ ਜਿਹੜਾ ਸਟੂਡੈਂਟ ਹੈ ਉਹਨੂੰ ਪ੍ਰਾਊਡ ਹੋਣਾ ਚਾਹੀਦਾ ਹੈ ਕਿ ਉਹ ਇਹ ਲਾਈਫ ਜੀ ਰਿਹਾ, ਕਿਉਂਕਿ ਜਦੋਂ ਸਟੂਡੈਂਟ ਲਾਈਫ ਖਤਮ ਹੁੰਦੀ ਹੈ, ਆਈ ਥਿੰਕ ਉਸ ਤੋਂ ਬਾਅਦ ਲਾਈਫ ਬਹੁਤ ਈਜ਼ੀ ਹੋ ਜਾਂਦੀ ਹੈ। ਸੋ ਕੋਸ਼ਿਸ਼ ਕਰੋ ਕਿ ਆਪਣਾ ਜਿਹੜਾ ਸਿਰ ਹੈ ਉਹ ਹਾਈ ਰੱਖੋ। ਹਰ ਇੱਕ ਟਾਈਮ ਜਿਹੜਾ ਹੁੰਦਾ ਮਾੜਾ ਚੰਗਾ ਸੇਮ ਨਹੀਂ ਰਹਿੰਦਾ, ਔਰ ਤੁਹਾਡੇ ਸਾਹਮਣੇ ਐਗਜ਼ਾਮਪਲਾਂ ਆ ਚੁੱਕੀਆਂ ਕਿ ਚੰਗਾ ਟਾਈਮ ਵੀ ਛੇਤੀ ਲੰਘ ਜਾਂਦਾ ਹੈ ਤੇ ਮਾੜਾ ਟਾਈਮ ਵੀ ਛੇਤੀ ਲੰਘ ਜਾਂਦਾ ਹੈ। ਇਹ ਜਸਟ ਤੁਸੀਂ ਸਟਰੋਂਗ ਰਹੋ ਆਪਣੇ ਆਪ ਦੇ ਵਿੱਚ। ਥੈਂਕ ਯੂ ਸੋ ਮਚ ਫॉर ਜੁਆਇਨਿੰਗ, ਤੇ ਆਪਾਂ ਨੈਕਸਟ ਵੀਕ ਫਿਰ ਜੁਆਇਨ ਕਰਾਂਗੇ, ਤੇ ਹੋਪਫੁਲੀ ਤੁਹਾਡੇ ਨਾਲ ਇਦਾਂ ਹੀ ਗੱਲਾਂ ਕਰਾਂਗੇ। ਧਿਆਨ ਰੱਖਿਓ ਆਪਣਾ।